किताब अल्कोहलिक्स अनोनिमस चैप्टर 5वां ਇਹ ਕਿਵੇਂ ਅਸਰ ਕਰਦਾ ਹੈ। ਅਸੀਂ ਬਿਰਲੇ ਹੀ ਕਿਸੇ ਵਿਅਕਤੀ ਨੂੰ ਅਸਫਲ ਹੁੰਦੇ ਵੇਖਿਆ ਹੈ ਜਿਸ ਨੇ ਪੂਰੀ ਤਰ੍ਹਾਂ ਸਾਡਾ ਰਸਤਾ ਅਪਣਾਇਆ ਹੋਵੇ। ਐਸੇ ਲੋਕ ਠੀਕ ਨਹੀਂ ਹੁੰਦੇ ਜਿਹੜੇ ਆਪਣੇ ਆਪ ਨੂੰ ਇਸ ਸਾਦੇ ਪ੍ਰੋਗਰਾਮ ਪ੍ਰਤੀ ਪੂਰੀ ਤਰ੍ਹਾਂ ਸਮਰਪਣ ਨਹੀਂ ਕਰ ਸਕਦੇ ਜਾਂ ਨਹੀਂ ਕਰਨਗੇ। ਇਹ ਅਕਸਰ ਉਹ ਆਦਮੀ ਅਤੇ ਔਰਤਾਂ ਹਨ ਜੋ ਸੁਭਾਵਿਕ ਹੀ ਆਪਣੇ ਆਪ ਨਾਲ ਇਮਾਨਦਾਰ ਹੋਣ ਦੇ ਯੋਗ ਨਹੀਂ ਹਨ। ਕੁਝ ਬਦਨਸੀਬ ਅਜਿਹੇ ਹਨ, ਉਹਨਾਂ ਦਾ ਕੋਈ ਕਸੂਰ ਨਹੀਂ। ਇੰਜ ਜਾਪਦਾ ਹੈ ਕਿ ਉਹ ਜਮਾਂਦਰੂ ਹੀ ਅਜਿਹੇ ਹਨ। ਉਹ ਕੁਦਰਤੀ ਹੀ ਜ਼ਿੰਦਗੀ ਜਿਉਣ ਦਾ ਅਜਿਹਾ ਢੰਗ ਸਮਝਣ ਅਤੇ ਵਿਕਾਸ ਕਰਨ ਦੇ ਅਸਮਰਥ ਹਨ ਜਿਸ ਲਈ ਪੂਰੀ ਇਮਾਨਦਾਰੀ ਦੀ ਲੋੜ ਹੈ। ਉਹਨਾਂ ਦੇ ਠੀਕ ਹੋਣ ਦੇ ਆਸਾਰ ਔਸਤ ਤੋਂ ਘੱਟ ਹਨ। ਕੁਝ ਅਜਿਹੇ ਲੋਕ ਵੀ ਹਨ ਜੋ ਗੰਭੀਰ ਮਾਨਸਿਕ ਅਤੇ ਜਜ਼ਬਾਤੀ ਰੋਗਾਂ ਤੋਂ ਪੀੜਤ ਹਨ, ਪਰ ਉਹਨਾਂ ਵਿੱਚੋਂ ਵੀ ਬਹੁਤੇ ਠੀਕ ਹੋ ਜਾਂਦੇ ਹਨ ਬੇਸ਼ਰਤੇ ਉਹਨਾਂ ਵਿੱਚ ਇਮਾਨਦਾਰ ਬਣਨ ਦੀ ਸਮਰੱਥਾ ਹੋਵੇ। ਸਾਡੀਆਂ ਕਹਾਣੀਆਂ ਆਮ ਤੌਰ 'ਤੇ ਇਹ ਦੱਸਦੀਆਂ ਹਨ ਕਿ ਅਸੀਂ ਕਿਹੋ ਜਿਹੇ ਸੀ, ਕੀ ਹੋਇਆ ਅਤੇ ਹੁਣ ਅਸੀਂ ਕਿਹੋ ਜਿਹੇ ਹਾਂ। ਜੇਕਰ ਤੁਸੀਂ ਇਹ ਫੈਸਲਾ ਕਰ ਲਿਆ ਹੈ ਕਿ ਤੁਹਾਨੂੰ ਉਹ ਚਾਹੀਦਾ ਹੈ ਜੋ ਅਸੀਂ ਪਾਇਆ ਹੈ ਅਤੇ ਉਸ ਨੂੰ ਹਾਸਲ ਕਰਨ ਲਈ ਤੁਸੀਂ ਕਿਸੇ ਹੱਦ ਤੱਕ ਵੀ ਜਾਣ ਲਈ ਤਿਆਰ ਹੋ, ਤਾਂ ਤੁਸੀਂ ਕੁਝ ਕਦਮ ਚੁੱਕਣ ਦੇ ਕਾਬਲ ਹੋ। ਇਹਨਾਂ ਵਿੱਚੋਂ ਕੁਝ ਗੱਲਾਂ 'ਤੇ ਅਸੀਂ ਝਿਜਕੇ। ਅਸੀਂ ਸੋਚਿਆ ਕਿ ਅਸੀਂ ਕੋਈ ਆਸਾਨ ਅਤੇ ਸੌਖਾ ਰਸਤਾ ਲੱਭ ਸਕਦੇ ਹਾਂ, ਪਰ ਅਸੀਂ ਨਹੀਂ ਲੱਭ ਸਕੇ। ਅਸੀਂ ਆਪਣੀ ਪੂਰੀ ਗੰਭੀਰਤਾ ਨਾਲ ਤੁਹਾਨੂੰ ਮੁੱਢ ਤੋਂ ਹੀ ਨਿਡਰ ਹੋਣ ਦੀ ਅਤੇ ਪੂਰੀ ਤਰ੍ਹਾਂ ਇਸ ਪ੍ਰੋਗਰਾਮ ਨੂੰ ਅਪਣਾਉਣ ਦੀ ਬੇਨਤੀ ਕਰਦੇ ਹਾਂ। ਸਾਡੇ ਵਿੱਚੋਂ ਕੁਝ ਨੇ ਆਪਣੀ ਪੁਰਾਣੀ ਵਿਚਾਰਧਾਰਾ 'ਤੇ ਅੜੇ ਰਹਿਣ ਦੀ ਕੋਸ਼ਿਸ਼ ਕੀਤੀ ਅਤੇ ਨਤੀਜਾ ਕੁਝ ਨਹੀਂ ਨਿਕਲਿਆ ਜਦ ਤੱਕ ਅਸੀਂ ਉਸ ਨੂੰ ਪੂਰੀ ਤਰ੍ਹਾਂ ਨਹੀਂ ਛੱਡਿਆ। ਯਾਦ ਰੱਖੋ, ਸਾਡਾ ਵਾਹ ਸ਼ਰਾਬ ਨਾਲ ਹੈ ਜੋ ਚਲਾਕ, ਭੰਬਲ ਭੂਸੇ ਵਿੱਚ ਪਾਉਣ ਵਾਲੀ ਅਤੇ ਤਾਕਤਵਰ ਹੈ। ਬਿਨਾਂ ਮਦਦ ਤੋਂ ਇਹ ਸਾਡੇ ਵੱਸ ਤੋਂ ਬਾਹਰ ਹੈ, ਪਰ ਇੱਕ ਹੈ ਜੋ ਸਰਬ ਸ਼ਕਤੀਸ਼ਾਲੀ ਹੈ ਅਤੇ ਉਹ ਹੈ ਰੱਬ। ਅਰਦਾਸ ਹੈ ਕਿ ਤੁਸੀਂ ਉਸ ਨੂੰ ਹੁਣ ਲੱਭ ਸਕੋ। ਅਧੂਰੇ ਯਤਨਾਂ ਨਾਲ ਸਾਨੂੰ ਕੁਝ ਹਾਸਲ ਨਾ ਹੋਇਆ। ਅਸੀਂ ਇੱਕ ਮੋੜ 'ਤੇ ਹੀ ਖੜ੍ਹੇ ਹੋ ਗਏ। ਅਸੀਂ ਪੂਰੇ ਤਿਆਗ ਦੀ ਭਾਵਨਾ ਨਾਲ ਉਸ ਰੱਬ ਦੀ ਓਟ ਅਤੇ ਮਿਹਰ ਮੰਗੀ। ਹੇਠ ਲਿਖੇ ਕਦਮ ਅਸੀਂ ਲਏ ਅਤੇ ਜੋ ਰੋਗ ਮੁਕਤੀ ਦੇ ਪ੍ਰੋਗਰਾਮ ਵਜੋਂ ਸੁਝਾਏ ਜਾਂਦੇ ਹਨ। ਨੰਬਰ 1, ਅਸੀਂ ਮੰਨਿਆ ਕਿ ਅਸੀਂ ਸ਼ਰਾਬ ਸਾਹਮਣੇ ਤਾਕਤ ਰਹਿਤ ਸੀ ਅਤੇ ਸਾਡਾ ਜੀਵਨ ਅਸਤ-ਵਿਅਸਤ ਹੋ ਗਿਆ ਸੀ। ਨੰਬਰ 2, ਵਿਸ਼ਵਾਸ ਪੈਦਾ ਹੋਇਆ ਕਿ ਇੱਕ ਤਾਕਤ ਜੋ ਸਾਡੇ ਤੋਂ ਵੱਡੀ ਹੈ ਸਾਡੀ ਸਿਆਣਪ ਬਹਾਲ ਕਰ ਸਕਦੀ ਹੈ। ਨੰਬਰ 3, ਰੱਬ, ਜਿਸ ਤਰ੍ਹਾਂ ਵੀ ਅਸੀਂ ਉਸ ਨੂੰ ਸਮਝਦੇ ਜਾਂ ਮੰਨਦੇ ਹਾਂ, ਉਸ ਦੀ ਭਾਲ ਵਿੱਚ ਆਪਣੀ ਮਰਜ਼ੀ ਅਤੇ ਜ਼ਿੰਦਗੀ ਸੌਂਪਣ ਦਾ ਫੈਸਲਾ ਕੀਤਾ। ਨੰਬਰ 4, ਆਪਣੀ ਜ਼ਿੰਦਗੀ ਦੀ ਖੋਜਪੂਰਨ ਅਤੇ ਨਿਡਰ ਨੈਤਿਕ ਸੂਚੀ ਤਿਆਰ ਕੀਤੀ। ਨੰਬਰ 5, ਰੱਬ, ਆਪਣੇ ਆਪ ਅਤੇ ਇੱਕ ਹੋਰ ਵਿਅਕਤੀ ਸਾਹਮਣੇ ਆਪਣੀਆਂ ਗਲਤੀਆਂ ਦਾ ਸਹੀ ਰੂਪ ਮੰਨਿਆ। ਨੰਬਰ 6, ਅਸੀਂ ਪੂਰੀ ਤਰ੍ਹਾਂ ਤਿਆਰ ਹੋਏ ਕਿ ਰੱਬ ਸਾਡੇ ਚਰਿੱਤਰ ਦੇ ਇਹ ਸਾਰੇ ਔਗੁਣ ਦੂਰ ਕਰ ਦੇਵੇ। ਨੰਬਰ 7, ਨਿਮਰਤਾ ਸਹਿਤ ਰੱਬ ਨੂੰ ਬੇਨਤੀ ਕੀਤੀ ਕਿ ਸਾਡੀਆਂ ਖਾਮੀਆਂ ਨੂੰ ਦੂਰ ਕਰੇ। ਨੰਬਰ 8, ਉਹਨਾਂ ਸਾਰੇ ਵਿਅਕਤੀਆਂ ਦੀ ਸੂਚੀ ਤਿਆਰ ਕੀਤੀ ਜਿਨ੍ਹਾਂ ਨੂੰ ਅਸੀਂ ਨੁਕਸਾਨ ਪਹੁੰਚਾਇਆ ਸੀ ਅਤੇ ਉਹਨਾਂ ਪਾਸੋਂ ਭੁੱਲ ਸੁਧਾਰ ਕਰਨ ਲਈ ਇੱਛੁਕ ਹੋਏ। ਨੰਬਰ 9, ਜਿੱਥੇ ਤੱਕ ਵੀ ਸੰਭਵ ਸੀ ਅਜਿਹੇ ਲੋਕਾਂ ਨਾਲ ਸਿੱਧੇ ਭੁੱਲ ਸੁਧਾਰ ਕੀਤੀ, ਸਿਵਾਏ ਉਦੋਂ ਜਦੋਂ ਅਜਿਹਾ ਕਰਨ ਨਾਲ ਉਹਨਾਂ ਨੂੰ ਜਾਂ ਦੂਸਰਿਆਂ ਨੂੰ ਠੇਸ ਪਹੁੰਚੇ। ਨੰਬਰ 10, ਆਪਣੀ ਨਿੱਜੀ ਸੂਚੀ ਬਣਾਉਣਾ ਜਾਰੀ ਰੱਖਿਆ ਅਤੇ ਜਦੋਂ ਵੀ ਅਸੀਂ ਗਲਤ ਹੋਏ ਤੁਰੰਤ ਸਵੀਕਾਰ ਕਰ ਲਿਆ। ਨੰਬਰ 11, ਅਰਦਾਸ ਅਤੇ ਧਿਆਨ ਰਾਹੀਂ ਆਪਣਾ ਸੁਚੇਤ ਸੰਪਰਕ ਰੱਬ ਨਾਲ, ਜਿਵੇਂ ਵੀ ਅਸੀਂ ਉਸ ਨੂੰ ਸਮਝਦੇ ਜਾਂ ਮੰਨਦੇ ਹਾਂ, ਹੋਰ ਚੰਗਾ ਬਣਾਉਣ ਦੀ ਕੋਸ਼ਿਸ਼ ਕੀਤੀ।
ਇਹੋ ਅਰਦਾਸ ਕਰਦੇ ਹਾਂ ਕਿ ਉਹ ਸਾਡੇ ਲਈ ਆਪਣੇ ਭਾਣੇ ਦਾ ਗਿਆਨ ਅਤੇ ਉਸ 'ਤੇ ਚੱਲਣ ਦੀ ਸ਼ਕਤੀ ਦੇਵੇ। ਨੰਬਰ 12, ਇਹਨਾਂ ਕਦਮਾਂ ਸਦਕਾ ਆਈ ਅਧਿਆਤਮਿਕ ਜਾਗਰਤੀ ਉਪਰੰਤ ਅਸੀਂ ਇਹ ਸੁਨੇਹਾ ਹੋਰ ਸ਼ਰਾਬੀਆਂ ਤੱਕ ਪਹੁੰਚਾਉਣ ਦੀ ਅਤੇ ਇਹਨਾਂ ਨਿਯਮਾਂ ਨੂੰ ਆਪਣੇ ਸਾਰੇ ਕੰਮਾਂ 'ਚ ਅਮਲ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ। ਸਾਡੇ ਵਿੱਚੋਂ ਬਹੁਤਿਆਂ ਨੇ ਕਿਹਾ, ਇਹ ਕੀ ਤਰੀਕਾ ਹੋਇਆ? ਮੈਂ ਇਹ ਸਭ ਕੁਝ ਨਹੀਂ ਕਰ ਸਕਦਾ। ਹੌਸਲਾ ਨਾ ਛੱਡੋ। ਸਾਡੇ ਵਿੱਚੋਂ ਕੋਈ ਵੀ ਇਹਨਾਂ ਨਿਯਮਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਵਿੱਚ ਅਤੇ ਕਾਇਮ ਰੱਖਣ ਵਿੱਚ ਕਾਮਯਾਬ ਨਹੀਂ ਹੋ ਸਕਿਆ। ਅਸੀਂ ਸੰਤ ਨਹੀਂ ਹਾਂ। ਭਾਵ ਇਹ ਹੈ ਕਿ ਅਸੀਂ ਅਧਿਆਤਮਿਕ ਲੀਹਾਂ 'ਤੇ ਵਧਣ ਲਈ ਤਿਆਰ ਹਾਂ। ਜੋ ਨਿਯਮ ਅਸੀਂ ਲਿਖੇ ਹਨ ਉਸ ਪ੍ਰਤੀ ਲਈ ਸੇਧ ਹਨ। ਅਸੀਂ ਅਧਿਆਤਮਿਕ ਨਿਪੁੰਨਤਾ ਦਾ ਨਹੀਂ ਸਗੋਂ ਅਧਿਆਤਮਿਕ ਤਰੱਕੀ ਦਾ ਦਾਅਵਾ ਕਰਦੇ ਹਾਂ। ਸਾਡੀ ਸ਼ਰਾਬੀ ਬਾਰੇ ਕੀਤੀ ਵਿਆਖਿਆ, ਭੌਤਿਕਵਾਦੀਆਂ ਬਾਰੇ ਲੇਖ ਅਤੇ ਇਸ ਤੋਂ ਪਹਿਲਾਂ ਅਤੇ ਬਾਅਦ ਦੇ ਸਾਡੇ ਜੋਖਮ ਭਰੇ ਤਜਰਬਿਆਂ ਤੋਂ 3 ਮੁੱਖ ਗੱਲਾਂ ਉੱਭਰ ਕੇ ਸਾਫ਼ ਸਾਹਮਣੇ ਆਉਂਦੀਆਂ ਹਨ। ਪਹਿਲੀ, ਕਿ ਅਸੀਂ ਸ਼ਰਾਬੀ ਸੀ ਅਤੇ ਆਪਣਾ ਜੀਵਨ ਨਹੀਂ ਸੰਭਾਲ ਸਕਦੇ ਸੀ। ਦੂਜੀ, ਕਿ ਸ਼ਾਇਦ ਕੋਈ ਵੀ ਮਨੁੱਖੀ ਤਾਕਤ ਸਾਨੂੰ ਸਾਡੇ ਸ਼ਰਾਬੀਪਣ ਤੋਂ ਛੁਟਕਾਰਾ ਨਹੀਂ ਦਿਵਾ ਸਕਦੀ ਸੀ। ਤੀਜੀ, ਕਿ ਰੱਬ ਹੀ ਇਹ ਕਰ ਸਕਦਾ ਹੈ ਅਤੇ ਕਰੇਗਾ ਜੇ ਉਸ ਤੋਂ ਭਾਲੀਏ। ਇਹ ਸਭ ਮੰਨਣ ਤੋਂ ਬਾਅਦ ਅਸੀਂ ਤੀਜੇ ਕਦਮ 'ਤੇ ਸੀ, ਜਿਸ ਵਿੱਚ ਅਸੀਂ ਆਪਣੀ ਮਰਜ਼ੀ ਅਤੇ ਜ਼ਿੰਦਗੀ, ਰੱਬ ਜਿਸ ਤਰ੍ਹਾਂ ਵੀ ਅਸੀਂ ਉਸ ਨੂੰ ਸਮਝਦੇ ਜਾਂ ਮੰਨਦੇ ਹਾਂ, ਉਸ ਦੀ ਸੰਭਾਲ ਵਿੱਚ ਦੇਣ ਦਾ ਫੈਸਲਾ ਕੀਤਾ। ਇਸ ਤੋਂ ਸਾਡਾ ਕੀ ਭਾਵ ਹੈ ਅਤੇ ਫਿਰ ਅਸੀਂ ਕੀ ਕਰਦੇ ਹਾਂ? ਸਭ ਤੋਂ ਪਹਿਲੀ ਜ਼ਰੂਰਤ ਇਹ ਕਿ ਅਸੀਂ ਮੰਨ ਲਈਏ ਕਿ ਸਾਡੀ ਆਪਣੀ ਮਰਜ਼ੀ ਨਾਲ ਚੱਲਣ ਵਾਲੀ ਕੋਈ ਜ਼ਿੰਦਗੀ ਮੁਸ਼ਕਿਲ ਹੀ ਕਾਮਯਾਬ ਹੋ ਸਕਦੀ ਹੈ। ਇਸ ਤਰ੍ਹਾਂ ਚੱਲਦੇ ਹੋਏ ਅਸੀਂ ਲਗਭਗ ਹਮੇਸ਼ਾ ਹੀ ਕਿਸੇ ਨਾ ਕਿਸੇ ਚੀਜ਼ ਜਾਂ ਵਿਅਕਤੀ ਨਾਲ ਟਕਰਾਓ ਵਿੱਚ ਰਹਿੰਦੇ ਹਾਂ, ਭਾਵੇਂ ਸਾਡੇ ਇਰਾਦੇ ਕਿੰਨੇ ਵੀ ਚੰਗੇ ਕਿਉਂ ਨਾ ਹੋਣ। ਜ਼ਿਆਦਾਤਰ ਲੋਕ ਜ਼ਿੰਦਗੀ ਨੂੰ ਆਪ ਮੁਹਾਰੇ ਚਲਾਉਣ ਦੀ ਕੋਸ਼ਿਸ਼ ਕਰਦੇ ਹਨ। ਹਰ ਵਿਅਕਤੀ ਇੱਕ ਅਭਿਨੇਤਾ ਵਾਂਗ ਹੈ ਜੋ ਸਾਰਾ ਨਾਟਕ ਆਪ ਚਲਾਉਣਾ ਚਾਹੁੰਦਾ ਹੈ। ਉਹ ਹਮੇਸ਼ਾ ਬੱਤੀਆਂ, ਡਾਂਸ, ਰੰਗਮੰਚ ਅਤੇ ਦੂਜੇ ਸਾਰੇ ਕਲਾਕਾਰਾਂ ਨੂੰ ਆਪਣੇ ਤਰੀਕੇ ਅਨੁਸਾਰ ਚਲਾਉਣ ਦੀ ਕੋਸ਼ਿਸ਼ ਵਿੱਚ ਰਹਿੰਦਾ ਹੈ। ਜੇ ਉਸਦੇ ਹੀ ਪ੍ਰਬੰਧ ਚੱਲਣ ਦਿੱਤੇ ਜਾਣ, ਜੇ ਲੋਕ ਉਹੀ ਕਰਨ ਜੋ ਉਹ ਚਾਹੁੰਦਾ ਹੈ, ਤਾਂ ਨਾਟਕ ਬਹੁਤ ਵਧੀਆ ਰਹੇਗਾ। ਉਸ ਸਮੇਤ ਸਾਰੇ ਹੀ ਖੁਸ਼ ਹੋਣਗੇ। ਜ਼ਿੰਦਗੀ ਖੁਸ਼ਗਵਾਰ ਹੋਵੇਗੀ। ਇਹ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰਦਿਆਂ ਹੋਇਆਂ ਸਾਡਾ ਕਲਾਕਾਰ ਸ਼ਾਇਦ ਕਦੇ-ਕਦੇ ਬਹੁਤ ਸਦਾਚਾਰੀ ਹੋਵੇ। ਹੋ ਸਕਦਾ ਹੈ ਉਹ ਦਿਆਲੂ, ਵਿਚਾਰਸ਼ੀਲ, ਸਹਿਨਸ਼ੀਲ, ਉਦਾਰ, ਇੱਥੋਂ ਤੱਕ ਕਿ ਨਿਮਰ ਅਤੇ ਤਿਆਗੀ ਹੋਵੇ। ਦੂਜੇ ਪਾਸੇ ਉਹ ਸ਼ਾਇਦ ਕਮੀਨਾ, ਹੰਕਾਰੀ, ਸਵਾਰਥੀ ਅਤੇ ਬੇਈਮਾਨ ਹੋਵੇ। ਪਰ ਜਿਵੇਂ ਕਿ ਜ਼ਿਆਦਾਤਰ ਮਨੁੱਖਾਂ ਵਿੱਚ ਹੁੰਦਾ ਹੈ, ਉਸ ਵਿੱਚ ਵੱਖ-ਵੱਖ ਤਰ੍ਹਾਂ ਦੇ ਲੱਛਣ ਹੋਣ ਦੀ ਸੰਭਾਵਨਾ ਹੈ। ਆਮ ਤੌਰ 'ਤੇ ਕੀ ਹੁੰਦਾ ਹੈ, ਨਾਟਕ ਵਧੀਆ ਨਹੀਂ ਚੱਲ ਪਾਉਂਦਾ। ਉਹ ਸੋਚਣਾ ਸ਼ੁਰੂ ਕਰ ਦਿੰਦਾ ਹੈ ਕਿ ਜ਼ਿੰਦਗੀ ਦਾ ਰਵੱਈਆ ਉਸ ਪ੍ਰਤੀ ਠੀਕ ਨਹੀਂ। ਉਹ ਹੋਰ ਜ਼ੋਰ ਲਾਉਣ ਦਾ ਫੈਸਲਾ ਕਰਦਾ ਹੈ। ਅਗਲੇ ਮੌਕੇ ਹਾਲਾਤ ਅਨੁਸਾਰ ਉਹ ਜ਼ਿਆਦਾ ਉਮੀਦ ਰੱਖਦਾ ਹੈ ਜਾਂ ਦਿਆਲੂ ਹੋ ਜਾਂਦਾ ਹੈ। ਹਾਲੇ ਵੀ ਨਾਟਕ ਉਸ ਦੇ ਅਨੁਸਾਰ ਨਹੀਂ ਹੁੰਦਾ। ਇਹ ਮੰਨਦਿਆਂ ਹੋਇਆਂ ਕਿ ਸ਼ਾਇਦ ਉਸ ਦਾ ਵੀ ਕੁਝ ਕਸੂਰ ਹੋਵੇ, ਉਸ ਨੂੰ ਦੂਜੇ ਲੋਕਾਂ ਦੇ ਜ਼ਿਆਦਾ ਕਸੂਰਵਾਰ ਹੋਣ ਦਾ ਪੱਕਾ ਯਕੀਨ ਹੋ ਜਾਂਦਾ ਹੈ। ਉਹ ਗੁੱਸਾ ਕਰਦਾ ਹੈ, ਨਾਰਾਜ਼ ਹੁੰਦਾ ਹੈ ਅਤੇ ਆਪਣੇ 'ਤੇ ਤਰਸ ਖਾਂਦਾ ਹੈ। ਉਸ ਦੀ ਮੂਲ ਸਮੱਸਿਆ ਕੀ ਹੈ? ਕਿ ਵਾਕਈ ਉਹ ਸਵਾਰਥੀ ਨਹੀਂ। ਉਦੋਂ ਵੀ ਜਦੋਂ ਉਹ ਦਿਆਲੂ ਬਣਨ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ, ਕਿ ਉਹ ਇਸ ਭਰਮ ਦਾ ਸ਼ਿਕਾਰ ਨਹੀਂ ਕਿ ਉਹ ਇਸ ਦੁਨੀਆ 'ਚੋਂ ਤਸੱਲੀ ਅਤੇ ਖੁਸ਼ੀ ਖੋ ਸਕਦਾ ਹੈ ਸਿਰਫ ਜੇ ਉਸ ਦਾ ਪ੍ਰਬੰਧ ਠੀਕ ਹੋਵੇ। ਕੀ ਇਹ ਬਾਕੀ ਸਾਰੇ ਕਲਾਕਾਰਾਂ ਨੂੰ ਸਪਸ਼ਟ ਨਹੀਂ ਕਿ ਇਹੋ ਚੀਜ਼ਾਂ ਨਾਲ ਜੋ ਉਹ ਚਾਹੁੰਦਾ ਹੈ ਅਤੇ ਕੀ ਉਸ ਦੀਆਂ ਇਹ ਕਾਰਵਾਈਆਂ ਉਹਨਾਂ ਵਿੱਚੋਂ ਹਰ ਇੱਕ ਨੂੰ ਬਦਲਾ ਲੈਣ ਲਈ ਨਹੀਂ ਉਕਸਾਉਂਦੀਆਂ? ਕਿ ਉਹ ਵੀ ਨਾਟਕ ਵਿੱਚੋਂ ਜਿੰਨਾ ਖੋਹ ਸਕਦੇ ਹੋਣ ਖੋਹ ਲੈਣ
ਕਿ ਉਹ ਆਪਣੀਆਂ ਸਭ ਤੋਂ ਵਧੀਆ ਘੜੀਆਂ ਵਿੱਚ ਵੀ ਇੱਕ ਸੁਰਤਾ ਦੀ ਬਜਾਏ ਹਫਰਾ ਤਫਰੀ ਪੈਦਾ ਕਰਨ ਵਾਲਾ ਨਹੀਂ ਹੁੰਦਾ। ਸਾਡਾ ਕਲਾਕਾਰ ਆਪਣੇ ਆਪ ਵਿੱਚ ਹੀ ਕੇਂਦਰਿਤ ਹੈ, ਜਿਸ ਨੂੰ ਲੋਕੀ ਅੱਜ ਕੱਲ੍ਹ ਘਮੰਡੀ ਵੀ ਕਹਿੰਦੇ ਹਨ। ਉਹ ਇੱਕ ਰਿਟਾਇਰ ਹੋਏ ਵਪਾਰੀ ਵਾਂਗ ਹੈ, ਜੋ ਸਰਦੀਆਂ ਵਿੱਚ ਧੁੱਪੇ ਲੇਟਿਆ ਮੁਲਕ ਦੀ ਮਾੜੀ ਸਥਿਤੀ ਬਾਰੇ ਸ਼ਿਕਾਇਤ ਕਰਦਾ ਹੈ। ਇੱਕ ਪਾਦਰੀ ਵਾਂਗ ਜੋ 20ਵੀਂ ਸਦੀ ਦੇ ਪਾਪਾਂ ਬਾਰੇ ਦੁਖੀ ਹੋ ਰਿਹਾ ਹੈ। ਰਾਜਨੀਤਿਕ ਜਾਂ ਸੁਧਾਰਕਾਂ ਵਾਂਗ ਜਿਨ੍ਹਾਂ ਨੂੰ ਇਹ ਯਕੀਨ ਹੈ ਕਿ ਜੋ ਬਾਕੀ ਸਾਰੀ ਦੁਨੀਆ ਠੀਕ ਵਿਵਹਾਰ ਕਰੇ ਤਾਂ ਰਾਮ ਰਾਜ ਹੋ ਸਕਦਾ ਹੈ। ਤਿਜੋਰੀਆਂ ਭੰਨਣ ਵਾਲੇ ਉਸ ਅਪਰਾਧੀ ਵਾਂਗ ਜੋ ਇਹ ਸੋਚਦਾ ਹੈ ਕਿ ਸਮਾਜ ਨੇ ਉਸ ਨਾਲ ਨਜਾਇਜ਼ ਕੀਤਾ ਹੈ, ਅਤੇ ਉਸ ਸ਼ਰਾਬੀ ਵਾਂਗ ਜਿਸ ਨੇ ਸਭ ਗਵਾ ਦਿੱਤਾ ਹੈ ਅਤੇ ਉਹ ਜੇਲ੍ਹ ਵਿੱਚ ਬੰਦ ਹੈ। ਅਸੀਂ ਚਾਹੇ ਕਿੰਨਾ ਵੀ ਇਨਕਾਰ ਕਿਉਂ ਨਾ ਕਰੀਏ, ਪਰ ਕੀ ਸਾਡੇ ਵਿੱਚੋਂ ਜ਼ਿਆਦਾਤਰ ਆਪਣੇ ਆਪ ਬਾਰੇ, ਆਪਣੀਆਂ ਰੰਜਿਸ਼ਾਂ ਅਤੇ ਆਪਣੇ ਤੇ ਤਰਸ ਕਰਨ ਬਾਰੇ ਹੀ ਫਿਕਰਮੰਦ ਨਹੀਂ ਰਹਿੰਦੇ। ਸਵਾਰਥੀਪਣ, ਆਤਮ ਕੇਂਦਰਤਾ। ਸਾਡੇ ਖਿਆਲ ਵਿੱਚ ਇਹ ਸਾਡੀਆਂ ਸਾਰੀਆਂ ਸਮੱਸਿਆਵਾਂ ਦੀ ਜੜ ਹੈ। ਸੈਂਕੜੇ ਕਿਸਮ ਦੇ ਡਰ, ਭਰਮ, ਸਵਾਰਥ, ਆਪਣੇ ਤੇ ਤਰਸ ਕਰਨ ਦੇ ਕਾਰਨਾਂ ਕਰਕੇ ਅਸੀਂ ਆਪਣੇ ਸਾਥੀਆਂ ਨੂੰ ਚੋਟ ਪਹੁੰਚਾਉਂਦੇ ਹਾਂ ਅਤੇ ਉਹ ਇਸ ਦਾ ਪ੍ਰਤੀਸ਼ੋਧ ਕਰਦੇ ਹਨ। ਕਈ ਵਾਰ ਉਹ ਸਾਨੂੰ ਇੰਜ ਜਾਪਦਾ ਹੈ ਕਿ ਬਗੈਰ ਉਕਸਾਏ ਹੀ ਦੁੱਖ ਪਹੁੰਚਾਉਂਦੇ ਹਨ, ਪਰ ਸਾਨੂੰ ਹਮੇਸ਼ਾ ਇਹ ਪਤਾ ਲੱਗਿਆ ਕਿ ਅਸੀਂ ਪਹਿਲੇ ਕਿਸੇ ਸਮੇਂ ਆਪੇ 'ਤੇ ਆਧਾਰਿਤ ਕੁਝ ਅਜਿਹੇ ਫੈਸਲੇ ਕੀਤੇ ਹਨ ਜਿਨ੍ਹਾਂ ਨੇ ਬਾਅਦ ਵਿੱਚ ਸਾਨੂੰ ਅਜਿਹੀ ਸਥਿਤੀ 'ਤੇ ਲਿਆ ਖੜਾ ਕੀਤਾ ਕਿ ਸਾਨੂੰ ਚੋਟ ਪਹੁੰਚੇ। ਇਸ ਲਈ ਅਸੀਂ ਸੋਚਦੇ ਹਾਂ ਕਿ ਅਸੀਂ ਆਪਣੀਆਂ ਮੁਸੀਬਤਾਂ ਆਪ ਹੀ ਖੜੀਆਂ ਕੀਤੀਆਂ ਹਨ। ਉਹ ਸਾਡੇ ਆਪਣੇ ਆਪ ਤੋਂ ਹੀ ਨਿਕਲਦੀਆਂ ਹਨ ਅਤੇ ਇੱਕ ਸ਼ਰਾਬੀ ਸਵੈ ਇੱਛਾ ਕਰਕੇ ਹੋਈ ਬਰਬਾਦੀ ਦਾ ਇੱਕ ਹੱਦ ਤੱਕ ਦਾ ਉਦਾਹਰਨ ਹੈ, ਹਾਲਾਂਕਿ ਉਹ ਆਮ ਤੌਰ 'ਤੇ ਅਜਿਹਾ ਨਹੀਂ ਸੋਚਦਾ। ਸਭ ਤੋਂ ਪਹਿਲਾਂ ਸਾਨੂੰ ਸ਼ਰਾਬੀਆਂ ਨੂੰ ਹਰ ਹਾਲਤ ਵਿੱਚ ਇਸ ਸਵਾਰਥੀਪਣ ਤੋਂ ਛੁਟਕਾਰਾ ਪਾਉਣਾ ਹੀ ਪਵੇਗਾ। ਸਾਨੂੰ ਇਹ ਕਰਨਾ ਹੀ ਪਵੇਗਾ ਜਾਂ ਇਹ ਸਾਨੂੰ ਮਾਰ ਦੇਵੇਗਾ। ਰੱਬ ਇਹ ਸਭ ਸੰਭਵ ਕਰ ਦਿੰਦਾ ਹੈ ਅਤੇ ਅਕਸਰ ਰੱਬ ਦੀ ਕਿਰਪਾ ਦੇ ਬਗੈਰ ਆਪਣੇ ਆਪ 'ਚੋਂ ਪੂਰੀ ਤਰ੍ਹਾਂ ਛੁਟਕਾਰੇ ਦਾ ਹੋਰ ਕੋਈ ਰਾਹ ਨਜ਼ਰ ਨਹੀਂ ਆਉਂਦਾ। ਸਾਡੇ ਵਿੱਚੋਂ ਜ਼ਿਆਦਾਤਰ ਨੈਤਿਕ ਅਤੇ ਫਲਸਫੇ ਵਾਲੀ ਧਾਰਨਾ ਵਿੱਚ ਪੱਕਾ ਨਿਸ਼ਚਾ ਰੱਖਦੇ ਸੀ, ਪਰ ਫਿਰ ਵੀ ਅਸੀਂ ਉਹਨਾਂ 'ਤੇ ਪੂਰਾ ਨਹੀਂ ਉਤਰ ਪਾਏ। ਨਾ ਤੇ ਅਸੀਂ ਆਪਣੀ ਆਤਮ ਕੇਂਦਰਤਾ ਨੂੰ ਆਪਣੀ ਸ਼ਕਤੀ ਨਾਲ ਅਤੇ ਨਾ ਹੀ ਆਪਣੀ ਇੱਛਾ ਨਾਲ ਘਟਾ ਪਾਏ। ਸਾਨੂੰ ਰੱਬ ਦੀ ਸਹਾਇਤਾ ਲੈਣੀ ਹੀ ਪਈ। ਇਹ ਕਿਵੇਂ ਅਤੇ ਕਿਉਂ ਹੁੰਦਾ ਹੈ? ਸਭ ਤੋਂ ਪਹਿਲਾਂ ਸਾਨੂੰ ਆਪਣੇ ਆਪ ਵਿੱਚ ਰੱਬ ਬਣਨਾ ਛੱਡਣਾ ਪਿਆ। ਇਸ ਨੇ ਕੰਮ ਨਹੀਂ ਕੀਤਾ। ਫਿਰ ਅਸੀਂ ਇਹ ਫੈਸਲਾ ਕੀਤਾ ਕਿ ਹੁਣ ਤੋਂ ਬਾਅਦ ਜ਼ਿੰਦਗੀ ਦੇ ਇਸ ਨਾਟਕ ਵਿੱਚ ਰੱਬ ਸਾਡਾ ਨਿਰਦੇਸ਼ਕ ਹੋਵੇਗਾ। ਉਹ ਸਭ ਕੁਝ ਹੈ ਅਤੇ ਅਸੀਂ ਉਸ ਦੇ ਨੌਕਰ ਹਾਂ। ਉਹ ਪਿਤਾ ਹੈ ਅਤੇ ਅਸੀਂ ਉਸ ਦੇ ਬੱਚੇ ਹਾਂ। ਜ਼ਿਆਦਾਤਰ ਅੱਛੇ ਵਿਚਾਰ ਸਧਾਰਨ ਹੁੰਦੇ ਹਨ ਅਤੇ ਇਹ ਧਾਰਨਾ ਉਸ ਨਵੇਂ ਅਤੇ ਕਾਮਯਾਬ ਰਸਤੇ ਦਾ ਮੂਲ ਸਿਧਾਂਤ ਹੈ ਜਿਸ ਰਾਹੀਂ ਚੱਲ ਕੇ ਅਸੀਂ ਆਜ਼ਾਦੀ ਪਾਈ। ਜਦੋਂ ਅਸੀਂ ਦਿਲੋਂ ਅਜਿਹੀ ਸਥਿਤੀ 'ਤੇ ਪਹੁੰਚੇ, ਹਰ ਕਿਸਮ ਦੀਆਂ ਅਨੋਖੀਆਂ ਗੱਲਾਂ ਹੋਣ ਲੱਗੀਆਂ। ਸਾਨੂੰ ਇੱਕ ਨਵਾਂ ਮਾਲਕ ਮਿਲ ਗਿਆ। ਸਰਬ ਸ਼ਕਤੀਸ਼ਾਲੀ ਹੋਣ ਕਰਕੇ ਉਸਨੇ ਸਾਨੂੰ ਉਹ ਸਭ ਕੁਝ ਦਿੱਤਾ ਜਿਸ ਦੀ ਸਾਨੂੰ ਲੋੜ ਸੀ, ਬੇਸ਼ਰਤੇ ਅਸੀਂ ਉਸ ਦੇ ਨੇੜੇ ਰਹੀਏ ਅਤੇ ਉਸ ਦਾ ਕੰਮ ਠੀਕ ਢੰਗ ਨਾਲ ਕਰੀਏ। ਅਜਿਹੀ ਵਿਚਾਰਧਾਰਾ ਬਣਨ ਤੋਂ ਬਾਅਦ ਸਾਡੀ ਆਪਣੇ ਆਪ ਵਿੱਚ ਆਪਣੀਆਂ ਛੋਟੀਆਂ-ਛੋਟੀਆਂ ਯੋਜਨਾਵਾਂ ਅਤੇ ਇਰਾਦਿਆਂ ਵਿੱਚ ਦਿਲਚਸਪੀ ਘਟਦੀ ਗਈ। ਸਾਡੀ ਜ਼ਿਆਦਾ ਤੋਂ ਜ਼ਿਆਦਾ ਦਿਲਚਸਪੀ ਇਸ ਗੱਲ ਵਿੱਚ ਹੋਈ ਕਿ ਅਸੀਂ ਜ਼ਿੰਦਗੀ ਨੂੰ ਕੀ ਯੋਗਦਾਨ ਦੇ ਸਕਦੇ ਸੀ। ਜਿਵੇਂ ਵੀ ਸਾਨੂੰ ਨਵੀਂ ਸ਼ਕਤੀ ਦੇ ਪ੍ਰਵਾਹ ਦਾ ਅਹਿਸਾਸ ਹੋਇਆ, ਜਿਵੇਂ ਹੀ ਸਾਨੂੰ ਮਾਨਸਿਕ ਸ਼ਾਂਤੀ ਦਾ ਆਨੰਦ ਆਇਆ, ਜਿਵੇਂ ਹੀ ਸਾਨੂੰ ਲੱਗਿਆ ਕਿ ਅਸੀਂ ਜ਼ਿੰਦਗੀ ਦਾ ਕਾਮਯਾਬੀ ਨਾਲ ਸਾਹਮਣਾ ਕਰ ਸਕਦੇ ਹਾਂ, ਜਿਉਂ ਹੀ ਸਾਨੂੰ ਰੱਬ ਦੀ ਮੌਜੂਦਗੀ ਦਾ
ਅਹਿਸਾਸ ਹੋਇਆ। ਅੱਜ ਕੱਲ੍ਹ ਜਾਂ ਉਸ ਤੋਂ ਬਾਅਦ ਦਾ ਡਰ ਦੂਰ ਹੋਣਾ ਸ਼ੁਰੂ ਹੋਇਆ। ਸਾਡਾ ਨਵਾਂ ਜਨਮ ਹੋਇਆ। ਅਸੀਂ ਹੁਣ ਤੀਜੇ ਕਦਮ 'ਤੇ ਸੀ। ਸਾਡੇ ਵਿੱਚੋਂ ਬਹੁਤਿਆਂ ਨੇ ਆਪਣੇ ਸਿਰਜਣਹਾਰ, ਜਿਵੇਂ ਵੀ ਅਸੀਂ ਉਸ ਨੂੰ ਸਮਝਦੇ ਜਾਂ ਮੰਨਦੇ ਹਾਂ, ਨੂੰ ਕਿਹਾ, ਹੇ ਰੱਬ, ਮੈਂ ਆਪਣੇ ਆਪ ਨੂੰ ਤੁਹਾਡੇ ਹਵਾਲੇ ਕਰਦਾ ਹਾਂ। ਜਿਵੇਂ ਤੁਹਾਡੀ ਇੱਛਾ ਹੋਵੇ ਉਸ ਤਰ੍ਹਾਂ ਮੈਨੂੰ ਰੱਖੋ। ਮੈਨੂੰ ਮੇਰੇ ਆਪੇ ਦੇ ਬੰਧਨ ਤੋਂ ਛੁਟਕਾਰਾ ਦਿਵਾਓ ਤਾਂ ਕਿ ਮੈਂ ਤੁਹਾਡੀ ਇੱਛਾ ਦਾ ਚੰਗੀ ਤਰ੍ਹਾਂ ਪਾਲਨ ਕਰ ਸਕਾਂ। ਮੇਰੀਆਂ ਮੁਸ਼ਕਲਾਂ ਦੂਰ ਕਰ ਦਿਓ ਤਾਂ ਕਿ ਇਹਨਾਂ ਮੁਸ਼ਕਲਾਂ 'ਤੇ ਜਿੱਤ ਉਹਨਾਂ ਲੋਕਾਂ ਲਈ ਤੁਹਾਡੀ ਸ਼ਕਤੀ ਦੀ, ਤੁਹਾਡੇ ਪਿਆਰ ਦੀ, ਤੁਹਾਡੇ ਜਿਉਣ ਦੇ ਰਾਹ ਦੀ ਗਵਾਹੀ ਬਣ ਸਕੇ, ਜਿਨ੍ਹਾਂ ਦੀ ਮੈਂ ਮਦਦ ਕਰਾਂ। ਮੈਂ ਹਮੇਸ਼ਾ ਹੀ ਤੁਹਾਡੀ ਮਰਜ਼ੀ 'ਚ ਰਹਾਂ। ਅਸੀਂ ਇਹ ਕਦਮ ਚੁੱਕਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚਿਆ, ਇਹ ਨਿਸ਼ਚਿਤ ਕਰਨ ਲਈ ਕਿ ਅਸੀਂ ਇਸ ਲਈ ਤਿਆਰ ਸੀ ਕਿ ਅਖੀਰ ਅਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਰੱਬ 'ਤੇ ਛੱਡ ਸਕਦੇ ਸੀ। ਅਸੀਂ ਵੇਖਿਆ ਕਿ ਇਹ ਅਧਿਆਤਮਿਕ ਕਦਮ ਇੱਕ ਅਜਿਹੇ ਵਿਅਕਤੀ ਨਾਲ ਹੀ ਚੁੱਕਣਾ ਵਾਜਬ ਹੈ ਜਿਹੜਾ ਸਾਨੂੰ ਸਮਝ ਸਕਦਾ ਹੋਵੇ, ਜਿਵੇਂ ਕਿ ਸਾਡੀ ਪਤਨੀ, ਇੱਕ ਪੱਕਾ ਦੋਸਤ ਜਾਂ ਇੱਕ ਅਧਿਆਤਮਿਕ ਸਲਾਹਕਾਰ। ਪਰ ਰੱਬ ਨੂੰ ਇਕੱਲੇ ਮਿਲਣਾ ਹੀ ਬਿਹਤਰ ਹੈ, ਬਜਾਏ ਉਸ ਵਿਅਕਤੀ ਦੇ ਨਾਲ ਜਿਹੜਾ ਇਸ ਨੂੰ ਗਲਤ ਸਮਝ ਬੈਠੇ। ਜਦੋਂ ਤੱਕ ਅਸੀਂ ਬਿਨਾਂ ਕਿਸੇ ਸੰਕੋਚ ਦੇ ਆਪਣੇ ਵਿਚਾਰ ਪ੍ਰਗਟ ਕਰ ਸਕਦੇ ਹਾਂ, ਉਦੋਂ ਤੱਕ ਕੋਈ ਫਰਕ ਨਹੀਂ ਪੈਂਦਾ ਕਿ ਅਸੀਂ ਕਿਹੜੇ ਸ਼ਬਦ ਇਸਤੇਮਾਲ ਕਰਦੇ ਹਾਂ। ਇਹ ਸਿਰਫ ਇੱਕ ਸ਼ੁਰੂਆਤ ਸੀ। ਫਿਰ ਵੀ ਜਦੋਂ ਇਹ ਇਮਾਨਦਾਰੀ ਅਤੇ ਨਿਮਰਤਾ ਨਾਲ ਕੀਤੀ ਜਾਵੇ ਤਾਂ ਇਸ ਦਾ ਪ੍ਰਭਾਵ ਇੱਕਦਮ ਮਹਿਸੂਸ ਕੀਤਾ ਜਾਂਦਾ ਹੈ, ਜੋ ਕਈ ਵਾਰ ਬਹੁਤ ਸ਼ਕਤੀਸ਼ਾਲੀ ਹੁੰਦਾ ਹੈ। ਫਿਰ ਅਸੀਂ ਇੱਕ ਬਹੁਤ ਜ਼ੋਰ-ਸ਼ੋਰ ਵਾਲੀ ਕਾਰਵਾਈ ਦੇ ਰਸਤੇ 'ਤੇ ਚੱਲ ਪਏ, ਜਿਸ ਦਾ ਪਹਿਲਾ ਕਦਮ ਆਪਣੀ ਨਿੱਜੀ ਸੋਚ ਵਿਚਾਰਾਂ ਦੀ ਸਫਾਈ ਕਰਨਾ ਹੈ, ਜਿਸ ਦੀ ਕਿ ਸਾਡੇ ਵਿੱਚੋਂ ਜ਼ਿਆਦਾਤਰ ਲੋਕਾਂ ਨੇ ਕਦੇ ਵੀ ਕੋਸ਼ਿਸ਼ ਨਹੀਂ ਕੀਤੀ ਸੀ। ਭਾਵੇਂ ਸਾਡਾ ਇਹ ਫੈਸਲਾ ਮਹੱਤਵਪੂਰਨ ਅਤੇ ਗੰਭੀਰ ਕਦਮ ਸੀ, ਪਰ ਇਸ ਦਾ ਕੋਈ ਪੱਕਾ ਅਸਰ ਸ਼ਾਇਦ ਹੀ ਹੁੰਦਾ ਜੇਕਰ ਇਸ ਪਿੱਛੋਂ ਅਸੀਂ ਆਪਣੇ ਵਿੱਚ ਉਹਨਾਂ ਗੱਲਾਂ ਦਾ, ਜਿਹੜੀਆਂ ਸਾਡੇ ਲਈ ਰੁਕਾਵਟ ਬਣੀਆਂ ਹੋਈਆਂ ਸਨ, ਦਾ ਸਾਹਮਣਾ ਕਰਕੇ ਅਤੇ ਛੁਟਕਾਰਾ ਪਾਉਣ ਲਈ ਬਹੁਤ ਲਗਨ ਨਾਲ ਮਿਹਨਤ ਨਾ ਕਰਦੇ। ਸਾਡੀ ਸ਼ਰਾਬ ਸਿਰਫ ਇੱਕ ਲੱਛਣ ਸੀ, ਇਸ ਕਰਕੇ ਸਾਨੂੰ ਇਸ ਦੇ ਕਾਰਨਾਂ ਅਤੇ ਹਾਲਾਤਾਂ ਦੀ ਤਹਿ ਤੱਕ ਪਹੁੰਚਣਾ ਪਿਆ। ਇਸ ਲਈ ਅਸੀਂ ਨਿੱਜੀ ਸੂਚੀ ਬਣਾਉਣੀ ਸ਼ੁਰੂ ਕੀਤੀ। ਇਹ ਚੌਥਾ ਕਦਮ ਸੀ। ਕੋਈ ਵੀ ਕਾਰੋਬਾਰ ਜਿਹੜਾ ਆਪਣੇ ਮਾਲ ਦੀ ਲਗਾਤਾਰ ਸੂਚੀ ਨਹੀਂ ਬਣਾਉਂਦਾ, ਉਹ ਆਮ ਤੌਰ 'ਤੇ ਦਿਵਾਲੀਆ ਹੋ ਜਾਂਦਾ ਹੈ। ਵਪਾਰਕ ਸੂਚੀ ਬਣਾਉਣਾ ਇੱਕ ਤੱਥ ਲੱਭਣ ਅਤੇ ਤੱਥਾਂ ਦਾ ਸਾਹਮਣਾ ਕਰਨ ਦਾ ਤਰੀਕਾ ਹੈ। ਇਹ ਆਪਣੇ ਕਾਰੋਬਾਰ ਵਿੱਚ ਲੱਗੇ ਮਾਲ ਦੀ ਸੱਚਾਈ ਲੱਭਣ ਦਾ ਇੱਕ ਯਤਨ ਹੈ। ਸਾਡਾ ਉਦੇਸ਼ ਹੈ ਉਹਨਾਂ ਚੀਜ਼ਾਂ ਨੂੰ ਜ਼ਾਹਿਰ ਕਰਨਾ ਅਤੇ ਉਹਨਾਂ ਤੋਂ ਬਿਨਾਂ ਰੰਜਿਸ਼ ਕੀਤੇ ਜਲਦੀ ਛੁਟਕਾਰਾ ਪਾਉਣਾ ਹੈ, ਜਿਹੜੀਆਂ ਖਰਾਬ ਹੋ ਚੁੱਕੀਆਂ ਹਨ ਅਤੇ ਨਹੀਂ ਵਿਕ ਸਕਦੀਆਂ। ਅਗਰ ਕਿਸੇ ਕਾਰੋਬਾਰ ਦੇ ਮਾਲਕ ਨੇ ਕਾਮਯਾਬ ਹੋਣਾ ਹੈ ਤਾਂ ਉਹ ਆਪਣੇ ਆਪ ਨੂੰ ਮਾਲ ਦੀਆਂ ਕੀਮਤਾਂ ਬਾਰੇ ਮੂਰਖ ਨਹੀਂ ਬਣਾ ਸਕਦਾ। ਅਸੀਂ ਆਪਣੀਆਂ ਜ਼ਿੰਦਗੀਆਂ ਨਾਲ ਬਿਲਕੁਲ ਅਜਿਹਾ ਕੀਤਾ। ਅਸੀਂ ਇਮਾਨਦਾਰੀ ਨਾਲ ਲੇਖਾ ਜੋਖਾ ਕੀਤਾ। ਸਭ ਤੋਂ ਪਹਿਲਾਂ ਅਸੀਂ ਆਪਣੇ ਆਪ 'ਚੋਂ ਆਪਣੀਆਂ ਖਾਮੀਆਂ ਲੱਭੀਆਂ, ਜਿਹੜੀਆਂ ਸਾਡੇ ਅਸਫਲ ਹੋਣ ਦਾ ਕਾਰਨ ਸਨ। ਇਸ ਗੱਲ ਦੀ ਤਸੱਲੀ ਹੋਣ 'ਤੇ ਕਿ ਸਵਾਰਥ, ਜਿਹੜਾ ਕਈ ਸ਼ਕਲਾਂ ਵਿੱਚ ਦਿਸਦਾ ਹੈ, ਸਾਡੀ ਹਾਰ ਦਾ ਕਾਰਨ ਸੀ, ਅਸੀਂ ਇਸ ਦੇ ਆਮ ਅਤੇ ਸਪਸ਼ਟ ਰੂਪਾਂ 'ਤੇ ਗੌਰ ਕੀਤਾ। ਰੋਸ ਨੰਬਰ 1 ਦੁਸ਼ਮਣ ਹੈ। ਇਹ ਕਿਸੇ ਵੀ ਹੋਰ ਚੀਜ਼ ਨਾਲੋਂ ਜ਼ਿਆਦਾ ਸ਼ਰਾਬੀਆਂ ਨੂੰ ਤਬਾਹ ਕਰਦਾ ਹੈ। ਇਹ ਹਰ ਕਿਸਮ ਦੀ ਅਧਿਆਤਮਿਕ ਬਿਮਾਰੀ ਦੀ ਜੜ ਹੈ, ਕਿਉਂਕਿ ਅਸੀਂ ਨਾ ਸਿਰਫ ਮਾਨਸਿਕ ਅਤੇ ਸਰੀਰਕ ਤੌਰ 'ਤੇ ਸਗੋਂ ਅਧਿਆਤਮਿਕ ਤੌਰ 'ਤੇ ਵੀ ਬਿਮਾਰ ਹਾਂ। ਜਦੋਂ ਅਧਿਆਤਮਿਕ ਰੋਗ ਕਾਬੂ ਆ ਜਾਂਦਾ ਹੈ ਤਾਂ ਅਸੀਂ ਮਾਨਸਿਕ ਅਤੇ ਸਰੀਰਕ ਤੌਰ 'ਤੇ ਵੀ ਠੀਕ ਹੋ ਜਾਂਦੇ ਹਾਂ। ਰੋਸਾਂ ਨਾਲ ਨਿਬੜਨ ਲਈ ਅਸੀਂ ਉਹਨਾਂ ਨੂੰ ਕਾਗਜ਼ 'ਤੇ ਲਿਖ ਲੈਂਦੇ ਹਾਂ। ਅਸੀਂ ਉਹਨਾਂ ਵਿਅਕਤੀਆਂ, ਸੰਸਥਾਵਾਂ ਅਤੇ ਅਸੂਲਾਂ ਦੀ ਸੂਚੀ ਤਿਆਰ ਕੀਤੀ ਜਿਨ੍ਹਾਂ ਨਾਲ ਅਸੀਂ ਨਾਰਾਜ਼ ਸੀ। ਅਸੀਂ ਆਪਣੇ ਆਪ ਨੂੰ ਪੁੱਛਿਆ ਕਿ ਅਸੀਂ ਨਾਰਾਜ਼ ਕਿਉਂ ਸੀ।
ਜ਼ਿਆਦਾਤਰ ਅਸੀਂ ਵੇਖਿਆ ਕਿ ਸਾਡੇ ਸਵੈ ਵਿਮਾਨ, ਸਾਡੇ ਆਪਣੇ ਵਿਚਾਰਾਂ, ਸਾਡੀਆਂ ਖਾਹਿਸ਼ਾਂ, ਸਾਡੇ ਨਿੱਜੀ ਸਬੰਧਾਂ ਤੇ ਚੋਟ ਪੁੱਜੀ ਜਾਂ ਇਹ ਖਤਰੇ ਵਿੱਚ ਸਨ। ਇਸੇ ਲਈ ਅਸੀਂ ਦੁਖੀ ਸੀ। ਅਸੀਂ ਅੱਗ ਬਬੂਲੇ ਹੋਏ ਸੀ। ਆਪਣੀ ਨਾਰਾਜ਼ਗੀ ਦੀ ਸੂਚੀ ਵਿੱਚ ਹਰ ਨਾਂ ਦੇ ਸਾਹਮਣੇ ਅਸੀਂ ਲਿਖਿਆ ਕਿ ਸਾਡੀ ਕਿਸ ਭਾਵਨਾ ਤੇ ਚੋਟ ਹੋਈ, ਕਿ ਇਹ ਸਾਡੇ ਸਵੈ ਵਿਮਾਨ, ਸਾਡੀ ਸੁਰੱਖਿਆ, ਸਾਡੀਆਂ ਖਾਹਿਸ਼ਾਂ, ਸਾਡੇ ਨਿੱਜੀ ਜਾਂ ਸੈਕਸ ਸੰਬੰਧ ਸਨ ਜਿਨ੍ਹਾਂ ਵਿੱਚ ਦਖਲਅੰਦਾਜ਼ੀ ਹੋਈ ਸੀ। ਅਸੀਂ ਆਮ ਤੌਰ ਤੇ ਇੰਨੇ ਹੀ ਸਪਸ਼ਟ ਸੀ ਜਿੰਨਾ ਕਿ ਇਹ ਉਦਾਹਰਨ। ਮੈਨੂੰ ਇਹਨਾਂ ਪ੍ਰਤੀ ਰੋਸ ਹੈ। ਸ੍ਰੀ ਬਰਾਊਨ। ਕਾਰਨ ਉਸ ਦਾ ਮੇਰੀ ਪਤਨੀ ਵੱਲ ਧਿਆਨ। ਉਸਨੇ ਮੇਰੀ ਪਤਨੀ ਨੂੰ ਮੇਰੀ ਰਖੇਲ ਬਾਰੇ ਦੱਸਿਆ। ਬਰਾਊਨ ਨੂੰ ਸ਼ਾਇਦ ਦਫ਼ਤਰ ਵਿੱਚ ਮੇਰੀ ਜਗ੍ਹਾ, ਨੌਕਰੀ ਮਿਲ ਜਾਵੇ। ਇਸ ਦੇ ਮੇਰੇ ਤੇ ਅਸਰ, ਸੈਕਸ ਸੰਬੰਧ, ਡਰ, ਸੁਰੱਖਿਆ, ਨਿੱਜੀ ਸੰਬੰਧ। ਸ਼੍ਰੀਮਤੀ ਜੋਨਜ਼, ਉਹ ਸਖਤ ਸੁਭਾਅ ਦੀ ਹੈ। ਉਸਨੇ ਮੈਨੂੰ ਡਾਂਟਿਆ। ਉਸਨੇ ਆਪਣੇ ਪਤੀ ਨੂੰ ਸ਼ਰਾਬ ਪੀਣ ਕਰਕੇ ਤਾੜਿਆ। ਉਹ ਮੇਰਾ ਦੋਸਤ ਹੈ। ਉਹ ਔਰਤ ਚੁਗਲਖੋਰ ਅਤੇ ਗੱਪੀ ਹੈ। ਇਸ ਦਾ ਮੇਰੇ ਤੇ ਅਸਰ, ਨਿੱਜੀ ਸੰਬੰਧ, ਸਵੈ-ਵਿਮਾਨ। ਮੇਰਾ ਮਾਲਕ ਜਿਸ ਕੋਲ ਮੈਂ ਨੌਕਰੀ ਕਰਦਾ ਹਾਂ। ਕਾਰਨ ਨਜਾਇਜ਼ ਕਰਦਾ ਹੈ, ਨਾਇਨਸਾਫ ਅਤੇ ਬਰਦਾਸ਼ਤ ਤੋਂ ਬਾਹਰ। ਮੇਰੇ ਸ਼ਰਾਬ ਪੀਣ ਕਰਕੇ ਅਤੇ ਖਰਚੇ ਵਿੱਚ ਹੇਰਾਫੇਰੀ ਕਾਰਨ, ਮੇਰੇ ਸ਼ਰਾਬ ਪੀਣ ਕਰਕੇ ਅਤੇ ਖਰਚੇ ਵਿੱਚ ਹੇਰਾਫੇਰੀ ਕਰਨ ਕਰਕੇ ਨੌਕਰੀ ਤੋਂ ਕੱਢਣ ਦੀ ਧਮਕੀ ਦਿੰਦਾ ਹੈ। ਇਸ ਦੇ ਮੇਰੇ ਤੇ ਅਸਰ, ਸਵੈ-ਵਿਮਾਨ, ਸੁਰੱਖਿਆ। ਮੇਰੀ ਪਤਨੀ। ਕਾਰਨ ਮੈਨੂੰ ਗਲਤ ਸਮਝਦੀ ਹੈ ਅਤੇ ਹਰ ਵੇਲੇ ਨੁਕਸ ਕੱਢਦੀ ਹੈ। ਬਰਾਊਨ ਨੂੰ ਪਸੰਦ ਕਰਦੀ ਹੈ, ਘਰ ਆਪਣੇ ਨਾਂ ਕਰਾਉਣਾ ਚਾਹੁੰਦੀ ਹੈ। ਇਸ ਦੇ ਮੇਰੇ ਤੇ ਅਸਰ, ਘਮੰਡ, ਨਿੱਜੀ ਸੈਕਸ ਸੰਬੰਧ, ਸੁਰੱਖਿਆ। ਅਸੀਂ ਮੁੜ ਆਪਣੀ ਪਿਛਲੀ ਜ਼ਿੰਦਗੀ 'ਚ ਝਾਤੀ ਮਾਰੀ। ਇਸ ਲਈ ਸਿਰਫ ਇਮਾਨਦਾਰੀ ਅਤੇ ਪੂਰਨਤਾ ਦੀ ਲੋੜ ਸੀ। ਝਾਤੀ ਮਾਰਨ ਦੇ ਬਾਅਦ ਅਸੀਂ ਇਸ ਨੂੰ ਧਿਆਨ ਨਾਲ ਸੋਚਿਆ। ਪਹਿਲੀ ਚੀਜ਼ ਇਹ ਸਪਸ਼ਟ ਹੋਈ ਕਿ ਦੁਨੀਆ ਅਤੇ ਇਸ ਦੇ ਲੋਕ ਆਮ ਤੌਰ ਤੇ ਕਾਫੀ ਗਲਤ ਸਨ। ਸਾਡੇ ਵਿੱਚੋਂ ਜ਼ਿਆਦਾਤਰ ਇਸ ਨਤੀਜੇ ਤੱਕ ਹੀ ਪਹੁੰਚ ਸਕੇ ਕਿ ਦੂਜੇ ਗਲਤ ਸਨ। ਆਮ ਤੌਰ ਤੇ ਨਤੀਜਾ ਇਹ ਸੀ ਕਿ ਲੋਕ ਸਾਡੇ ਨਾਲ ਗਲਤ ਕਰਦੇ ਰਹੇ ਅਤੇ ਅਸੀਂ ਦੁਖੀ ਹੁੰਦੇ ਰਹੇ। ਕਈ ਵਾਰ ਪਛਤਾਵਾ ਹੋਇਆ ਅਤੇ ਫਿਰ ਅਸੀਂ ਆਪਣੇ ਆਪ ਤੇ ਨਾਰਾਜ਼ ਹੋ ਜਾਂਦੇ ਸੀ। ਪਰ ਜਿੰਨਾ ਅਸੀਂ ਲੜਦੇ ਰਹੇ ਅਤੇ ਆਪਣੀ ਮਰਜ਼ੀ ਚਲਾਉਣ ਦੀ ਕੋਸ਼ਿਸ਼ ਕਰਦੇ ਰਹੇ, ਮਾਮਲੇ ਹੋਰ ਵਿਗੜਦੇ ਗਏ। ਜਿਵੇਂ ਕਿ ਲੜਾਈ ਵਿੱਚ ਜੇਤੂ ਸਿਰਫ ਜਿੱਤਦਾ ਨਜ਼ਰ ਆਉਂਦਾ ਹੈ, ਸਾਡੀ ਜਿੱਤ ਦੇ ਪਲ ਬਹੁਤ ਥੋੜ੍ਹੀ ਦੇਰ ਲਈ ਹੀ ਹੁੰਦੇ ਸੀ। ਇਹ ਸਾਫ਼ ਹੈ ਕਿ ਉਹ ਜ਼ਿੰਦਗੀ ਜਿਸ ਵਿੱਚ ਡੂੰਘੇ ਰੋਸ ਹੁੰਦੇ ਹਨ, ਸਿਰਫ ਵਿਅਰਥਤਾ ਅਤੇ ਦੁੱਖ ਵੱਲ ਲੈ ਜਾਂਦੀ ਹੈ। ਜਿਸ ਵੀ ਹੱਦ ਤੱਕ ਅਸੀਂ ਇਹਨਾਂ ਨੂੰ ਇਜਾਜ਼ਤ ਦਿੰਦੇ ਹਾਂ, ਅਸੀਂ ਬਿਲਕੁਲ ਓਨਾ ਹੀ ਉਹ ਸਮਾਂ ਜੋ ਵਧੀਆ ਹੋ ਸਕਦਾ ਸੀ ਗਵਾ ਲੈਂਦੇ ਹਾਂ। ਪਰ ਇੱਕ ਸ਼ਰਾਬੀ ਲਈ ਇਸ ਦੀ ਆਸ ਅਧਿਆਤਮਿਕ ਤਜਰਬੇ ਨੂੰ ਬਰਕਰਾਰ ਰੱਖਣਾ ਅਤੇ ਵਧਾਉਣਾ ਹੈ। ਰੰਜਿਸ਼ਾਂ ਰੱਖਣਾ ਬਹੁਤ ਜ਼ਿਆਦਾ ਗੰਭੀਰ ਹੈ। ਅਸੀਂ ਪਾਇਆ ਕਿ ਇਹ ਜਾਨਲੇਵਾ ਹੈ, ਕਿਉਂਕਿ ਜਦੋਂ ਅਸੀਂ ਅਜਿਹੇ ਵਿਚਾਰਾਂ ਨੂੰ ਪਾਲ ਰਹੇ ਹੁੰਦੇ ਹਾਂ ਤਾਂ ਰੱਬ ਦੇ ਪ੍ਰਕਾਸ਼ ਨੂੰ ਆਪਣੇ ਤੱਕ ਆਉਣ ਤੋਂ ਰੋਕ ਲੈਂਦੇ ਹਾਂ। ਸ਼ਰਾਬ ਦਾ ਪਾਗਲਪਣ ਮੁੜ ਆ ਜਾਂਦਾ ਹੈ। ਅਸੀਂ ਦੁਬਾਰਾ ਪੀ ਲੈਂਦੇ ਹਾਂ ਅਤੇ ਸਾਡੇ ਲਈ ਪੀਣਾ ਮੌਤ ਹੀ ਹੈ। ਜੇ ਅਸੀਂ ਜੀਣਾ ਸੀ ਤਾਂ ਸਾਨੂੰ ਗੁੱਸੇ ਤੋਂ ਮੁਕਤ ਰਹਿਣਾ ਹੀ ਪੈਣਾ ਸੀ। ਗੁੱਸੇ ਦਾ ਦੌਰਾ ਅਤੇ ਦਿਮਾਗ ਦੀ ਕੁਝਲਾਹਟ ਸਾਡੇ ਵਾਸਤੇ ਨਹੀਂ ਸਨ। ਸਧਾਰਨ ਆਦਮੀ ਸ਼ਾਇਦ ਇਹ ਸੰਦੇਹਸ਼ੀਲ ਐਸਪ੍ਰਸਤੀ ਕਰ ਸਕਦੇ ਹੋਣ, ਪਰ ਸ਼ਰਾਬੀਆਂ ਵਾਸਤੇ ਇਹ ਜ਼ਹਿਰ ਹਨ। ਅਸੀਂ ਸੂਚੀ ਵੱਲ ਫਿਰ ਧਿਆਨ ਦਿੱਤਾ, ਕਿਉਂਕਿ ਇਸ ਵਿੱਚ ਹੀ ਸਾਡੇ ਭਵਿੱਖ ਦੀ ਕੁੰਜੀ ਸੀ। ਅਸੀਂ ਇਸ ਨੂੰ ਇੱਕ ਬਿਲਕੁਲ ਅਲੱਗ ਨਜ਼ਰੀਏ ਤੋਂ ਵੇਖਣ ਲਈ ਰਾਜ਼ੀ ਸੀ। ਸਾਨੂੰ ਸਮਝ ਆਉਣਾ ਸ਼ੁਰੂ ਹੋਇਆ ਕਿ ਦੁਨੀਆ ਅਤੇ ਇਸ ਦੇ ਲੋਕ ਵਾਕਿਆ ਹੀ ਸਾਡੇ ਤੋਂ ਹਾਵੀ ਸਨ। ਉਸ ਹਾਲਤ ਵਿੱਚ ਲੋਕਾਂ ਵੱਲੋਂ ਕੀਤੇ ਗਏ ਗਲਤ ਕੰਮ ਕਾਲਪਨਿਕ ਜਾਂ ਅਸਲੀ, ਸੱਚਮੁੱਚ ਮਾਰਨ ਦੀ ਤਾਕਤ ਰੱਖਦੇ ਸਨ।
ਅਸੀਂ ਕਿਵੇਂ ਬਚ ਸਕਦੇ ਸੀ? ਅਸੀਂ ਵੇਖਿਆ ਕਿ ਇਹਨਾਂ ਰੰਜਿਸ਼ਾਂ 'ਤੇ ਕਾਬੂ ਪਾਉਣਾ ਪਵੇਗਾ, ਪਰ ਕਿਵੇਂ? ਸ਼ਰਾਬ ਵਾਂਗ ਇਹਨਾਂ ਨੂੰ ਵੀ ਐਵੇਂ ਨਹੀਂ ਟਾਲਿਆ ਜਾ ਸਕਦਾ ਸੀ। ਸਾਡਾ ਇਹ ਰਸਤਾ ਸੀ। ਸਾਨੂੰ ਅਹਿਸਾਸ ਹੋਇਆ ਕਿ ਉਹ ਲੋਕ ਜਿਨ੍ਹਾਂ ਨੇ ਸਾਨੂੰ ਪਰੇਸ਼ਾਨ ਕੀਤਾ ਸੀ, ਉਹ ਸ਼ਾਇਦ ਅਧਿਆਤਮਿਕ ਤੌਰ 'ਤੇ ਬਿਮਾਰ ਸਨ। ਭਾਵੇਂ ਸਾਨੂੰ ਉਹਨਾਂ ਦੇ ਲੱਛਣ ਅਤੇ ਜਿਸ ਤਰ੍ਹਾਂ ਇਹਨਾਂ ਨੇ ਸਾਨੂੰ ਪਰੇਸ਼ਾਨ ਕੀਤਾ ਸੀ ਪਸੰਦ ਨਹੀਂ ਸਨ, ਪਰ ਉਹ ਸਾਡੇ ਵਾਂਗ ਹੀ ਬਿਮਾਰ ਸਨ। ਅਸੀਂ ਰੱਬ ਤੋਂ ਮਦਦ ਮੰਗੀ ਕਿ ਅਸੀਂ ਉਹਨਾਂ ਨੂੰ ਉਹੀ ਸਹਿਨਸ਼ੀਲਤਾ, ਤਰਸ ਤੇ ਧੀਰਜ ਵਿਖਾ ਸਕੀਏ ਜਿਹੜੀ ਅਸੀਂ ਆਪਣੇ ਬਿਮਾਰ ਦੋਸਤ ਲਈ ਖੁਸ਼ੀ-ਖੁਸ਼ੀ ਵਿਖਾਵਾਂਗੇ। ਜਦ ਕਿਸੇ ਵੀ ਵਿਅਕਤੀ ਨੇ ਸਾਨੂੰ ਦੁਖੀ ਕੀਤਾ, ਅਸੀਂ ਆਪਣੇ ਆਪ ਨੂੰ ਕਿਹਾ, ਇਹ ਇੱਕ ਬਿਮਾਰ ਆਦਮੀ ਹੈ, ਮੈਂ ਇਸ ਦੀ ਕਿਵੇਂ ਮਦਦ ਕਰ ਸਕਦਾ ਹਾਂ? ਹੇ ਰੱਬਾ, ਮੈਨੂੰ ਗੁੱਸੇ ਹੋਣ ਤੋਂ ਬਚਾ, ਤੇਰਾ ਭਾਣਾ ਹੀ ਹੋਵੇਗਾ। ਅਸੀਂ ਬਦਲਾ ਲੈਣ ਤੋਂ ਅਤੇ ਬਹਿਸ ਕਰਨ ਤੋਂ ਬਚਦੇ ਹਾਂ। ਅਸੀਂ ਬਿਮਾਰ ਲੋਕਾਂ ਨਾਲ ਇੰਜ ਵਿਹਾਰ ਤਾਂ ਨਹੀਂ ਕਰਾਂਗੇ। ਜੇ ਅਸੀਂ ਕਰਦੇ ਹਾਂ ਤਾਂ ਅਸੀਂ ਉਸ ਲਈ ਆਪਣਾ ਮਦਦਗਾਰ ਹੋਣ ਦਾ ਮੌਕਾ ਖਤਮ ਕਰ ਲੈਂਦੇ ਹਾਂ। ਅਸੀਂ ਸਾਰਿਆਂ ਵਾਸਤੇ ਤਾਂ ਮਦਦਗਾਰ ਨਹੀਂ ਹੋ ਸਕਦੇ, ਪਰ ਘੱਟੋ ਘੱਟ ਰੱਬ ਸਾਨੂੰ ਵਿਖਾਏਗਾ ਕਿ ਕਿਵੇਂ ਹਰ ਇੱਕ ਬਾਰੇ ਦਿਆਲੂ ਅਤੇ ਸਹਿਨਸ਼ੀਲਤਾ ਵਾਲੇ ਵਿਚਾਰ ਰੱਖ ਸਕਦੇ ਹਾਂ। ਆਓ ਆਪਣੀ ਸੂਚੀ 'ਤੇ ਦੁਬਾਰਾ ਧਿਆਨ ਦੇਈਏ। ਦੂਜਿਆਂ ਦੀਆਂ ਕੀਤੀਆਂ ਹੋਈਆਂ ਗਲਤੀਆਂ ਆਪਣੇ ਮਨੋਂ ਕੱਢ ਕੇ ਅਸੀਂ ਨਿਸ਼ਚਿਤ ਹੀ ਆਪਣੀਆਂ ਗਲਤੀਆਂ ਨੂੰ ਲੱਭਿਆ। ਅਸੀਂ ਕਿੱਥੇ ਖੁਦਗਰਜ਼, ਬੇਈਮਾਨ, ਸਵਾਰਥੀ ਅਤੇ ਭੈਭੀਤ ਰਹੇ ਸੀ। ਭਾਵੇਂ ਕਿ ਹਾਲਾਤ ਸਿਰਫ ਸਾਡੀ ਗਲਤੀ ਕਰਕੇ ਹੀ ਨਹੀਂ ਸਨ, ਅਸੀਂ ਦੂਜੇ ਸ਼ਾਮਲ ਵਿਅਕਤੀ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ। ਸਾਡਾ ਕਸੂਰ ਕਿੱਥੇ ਸੀ? ਤੱਥਾਂ ਦੀ ਸੂਚੀ ਸਾਡੀ ਸੀ, ਨਾ ਕਿ ਦੂਜੇ ਆਦਮੀ ਦੀ। ਜਦੋਂ ਅਸੀਂ ਆਪਣੇ ਨੁਕਸ ਵੇਖੇ, ਅਸੀਂ ਉਹਨਾਂ ਦੀ ਸੂਚੀ ਬਣਾਈ। ਅਸੀਂ ਉਹਨਾਂ ਨੂੰ ਲਿਖਤੀ ਰੂਪ ਵਿੱਚ ਆਪਣੇ ਸਾਹਮਣੇ ਰੱਖਿਆ। ਅਸੀਂ ਇਮਾਨਦਾਰੀ ਨਾਲ ਆਪਣੀਆਂ ਗਲਤੀਆਂ ਨੂੰ ਮੰਨਿਆ ਅਤੇ ਉਹਨਾਂ ਨੂੰ ਠੀਕ ਕਰਨ ਲਈ ਇੱਛੁਕ ਹੋਏ। ਧਿਆਨ ਦਿਓ ਕਿ ਡਰ ਸ਼ਬਦ ਸੀ ਬਰਾਊਨ, ਸੀਮਤੀ ਜੋਨਸ, ਮੁਲਾਜ਼ਮਾਤ ਦੇਣ ਵਾਲੇ ਅਤੇ ਪਤਨੀ ਸਾਰਿਆਂ ਨਾਲ ਹੋਈਆਂ ਮੁਸ਼ਕਲਾਤਾਂ ਦੇ ਨਾਲ ਬ੍ਰੈਕਟ ਵਿੱਚ ਲਿਖਿਆ ਗਿਆ ਹੈ। ਇਹ ਛੋਟਾ ਜਿਹਾ ਸ਼ਬਦ ਕਿਸੇ ਨਾ ਕਿਸੇ ਤਰ੍ਹਾਂ ਸਾਡੀ ਜ਼ਿੰਦਗੀ ਦੇ ਹਰ ਪਹਿਲੂ ਨੂੰ ਛੂੰਹਦਾ ਹੈ। ਇਹ ਭੈੜ ਹੌਲੀ-ਹੌਲੀ ਖੋਰਨ ਵਾਲਾ ਉਹ ਧਾਗਾ ਸੀ ਜਿਸ ਨੇ ਸਾਡੀ ਜ਼ਿੰਦਗੀ ਦੇ ਤਾਣੇ ਬਾਣੇ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ। ਇਸ ਨੇ ਹਾਲਾਤਾਂ ਦੀ ਉਹ ਲੜੀ ਸ਼ੁਰੂ ਕਰ ਦਿੱਤੀ ਜਿਸ ਨੇ ਸਾਡੇ ਵਾਸਤੇ ਉਹ ਅਨਰਥ ਲਿਆਂਦਾ ਜਿਸ ਦੇ ਅਸੀਂ ਸਮਝਦੇ ਹਾਂ ਕਿ ਅਸੀਂ ਹੱਕਦਾਰ ਨਹੀਂ ਸੀ, ਕਿ ਅਸੀਂ ਖੁਦ ਹੀ ਇਸ ਦੇ ਜ਼ਿੰਮੇਵਾਰ ਨਹੀਂ ਸੀ। ਕਈ ਵਾਰ ਅਸੀਂ ਸੋਚਦੇ ਹਾਂ ਕਿ ਡਰ ਨੂੰ ਚੋਰੀ ਵਾਲੀ ਸ਼੍ਰੇਣੀ ਵਿੱਚ ਲਿਖਿਆ ਜਾਣਾ ਚਾਹੀਦਾ ਹੈ। ਇਹ ਹੋਰ ਜ਼ਿਆਦਾ ਮੁਸੀਬਤ ਪੈਦਾ ਕਰਦਾ ਜਾਪਦਾ ਹੈ। ਅਸੀਂ ਆਪਣੇ ਡਰਾਂ 'ਤੇ ਦੁਬਾਰਾ ਚੰਗੀ ਤਰ੍ਹਾਂ ਵਿਚਾਰ ਕੀਤਾ। ਅਸੀਂ ਉਹਨਾਂ ਨੂੰ ਕਾਗਜ਼ 'ਤੇ ਲਿਖਿਆ। ਹਾਲਾਂਕਿ ਸਾਡੇ ਮਨ ਵਿੱਚ ਉਹਨਾਂ ਦੇ ਪ੍ਰਤੀ ਕੋਈ ਰੋਸ ਨਹੀਂ ਸੀ। ਅਸੀਂ ਆਪਣੇ ਆਪ ਨੂੰ ਪੁੱਛਿਆ ਕਿ ਸਾਨੂੰ ਇਹ ਡਰ ਕਿਉਂ ਸਨ। ਕੀ ਇਹ ਇਸ ਕਰਕੇ ਨਹੀਂ ਸੀ ਕਿ ਸਾਡੀ ਆਤਮ ਨਿਰਭਰਤਾ ਨੇ ਸਾਡਾ ਸਾਥ ਨਹੀਂ ਦਿੱਤਾ? ਆਤਮ ਨਿਰਭਰਤਾ ਚੰਗੀ ਹੈ ਜਿੱਥੋਂ ਤੱਕ ਇਹ ਸਾਥ ਦੇਵੇ, ਪਰ ਇਸ ਨੇ ਸਾਡਾ ਜ਼ਿਆਦਾ ਦੂਰ ਤੱਕ ਸਾਥ ਨਹੀਂ ਦਿੱਤਾ। ਸਾਡੇ ਵਿੱਚੋਂ ਕੁਝ ਨੂੰ ਕਦੇ ਬਹੁਤ ਆਤਮ ਵਿਸ਼ਵਾਸ ਸੀ, ਪਰ ਇਸ ਨੇ ਡਰ ਜਾਂ ਕਿਸੇ ਵੀ ਹੋਰ ਸਮੱਸਿਆ ਦਾ ਪੂਰੀ ਤਰ੍ਹਾਂ ਹੱਲ ਨਹੀਂ ਕੀਤਾ। ਜਦੋਂ ਇਸ ਨੇ ਸਾਨੂੰ ਸਣਕੀ ਬਣਾ ਦਿੱਤਾ ਤਾਂ ਬਹੁਤ ਹੀ ਮਾੜਾ ਹੋ ਗਿਆ। ਸ਼ਾਇਦ ਇੱਕ ਬਿਹਤਰ ਰਸਤਾ ਹੈ। ਅਸੀਂ ਇੰਜ ਸੋਚਦੇ ਹਾਂ ਕਿਉਂਕਿ ਹੁਣ ਅਸੀਂ ਇੱਕ ਅਲੱਗ ਆਧਾਰ 'ਤੇ ਹਾਂ, ਰੱਬ 'ਤੇ ਵਿਸ਼ਵਾਸ ਅਤੇ ਭਰੋਸੇ ਦਾ ਆਧਾਰ। ਅਸੀਂ ਆਪਣੇ ਸੀਮਤ ਆਪੇ ਦੀ ਬਜਾਏ ਅਸੀਮ ਰੱਬ 'ਤੇ ਭਰੋਸਾ ਕਰਦੇ ਹਾਂ। ਅਸੀਂ ਇਸ ਦੁਨੀਆ ਵਿੱਚ ਰੱਬ ਵੱਲੋਂ ਦਿੱਤਾ ਕਿਰਦਾਰ ਨਿਭਾਉਣ ਆਏ ਹਾਂ। ਜੇ ਅਸੀਂ ਉਸ ਹੱਦ ਤੱਕ ਹੀ ਕਰਦੇ ਹਾਂ ਜਿੰਨਾ ਅਸੀਂ ਸੋਚਦੇ ਹਾਂ ਕਿ ਉਹ ਸਾਡੇ ਤੋਂ ਕਰਵਾਉਣਾ ਚਾਹੁੰਦਾ ਹੈ ਅਤੇ ਉਸ 'ਤੇ ਨਿਮਰਤਾ ਨਾਲ ਭਰੋਸਾ ਰੱਖਦੇ ਹਾਂ, ਤਾਂ ਉਹ ਸਾਨੂੰ ਮੁਸੀਬਤ ਦਾ ਸ਼ਾਂਤੀ ਨਾਲ ਸਾਹਮਣਾ ਕਰਨ ਦੇ ਯੋਗ ਬਣਾਉਂਦਾ ਹੈ। ਅਸੀਂ ਆਪਣੇ ਸਿਰਜਣਹਾਰ 'ਤੇ ਨਿਰਭਰ ਹੋਣ ਲਈ ਕਿਸੇ ਤੋਂ ਕਦੇ ਵੀ ਸ਼ਰਮਿੰਦਾ ਨਹੀਂ ਹੁੰਦੇ। ਅਸੀਂ ਉਹਨਾਂ 'ਤੇ ਹੱਸ ਸਕਦੇ ਹਾਂ ਜਿਹੜੇ ਅਧਿਆਤਮਿਕਤਾ ਨੂੰ ਇੱਕ ਕਮਜ਼ੋਰੀ ਸੋਚਦੇ ਹਨ। ਇਸ ਦੇ ਵਿਪਰੀਤ ਇਹ ਇੱਕ ਮਜ਼ਬੂਤੀ ਦਾ ਰਾਹ ਹੈ।
ਸਦੀਆਂ ਦਾ ਨਿਚੋੜ ਹੈ ਕਿ ਵਿਸ਼ਵਾਸ ਦਾ ਮਤਲਬ ਹੈ ਹੌਸਲਾ। ਵਿਸ਼ਵਾਸ ਕਰਨ ਵਾਲੇ ਸਾਰੇ ਵਿਅਕਤੀਆਂ ਵਿੱਚ ਹੌਸਲਾ ਹੁੰਦਾ ਹੈ। ਉਹ ਆਪਣੇ ਰੱਬ 'ਤੇ ਭਰੋਸਾ ਕਰਦੇ ਹਨ। ਅਸੀਂ ਰੱਬ ਲਈ ਕਦੇ ਸ਼ਰਮਿੰਦਾ ਨਹੀਂ ਹੁੰਦੇ, ਸਗੋਂ ਅਸੀਂ ਆਪਣੇ ਰਾਹੀਂ ਰੱਬ ਨੂੰ ਪ੍ਰਗਟਾਉਣ ਦਿੰਦੇ ਹਾਂ ਕਿ ਉਹ ਕੀ ਕੁਝ ਕਰਦਾ ਹੈ। ਅਸੀਂ ਉਸ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਡਰ ਦੂਰ ਕਰੋ ਅਤੇ ਜਿਸ ਤਰ੍ਹਾਂ ਉਹ ਸਾਨੂੰ ਚਾਹੁੰਦਾ ਹੈ ਉਸ ਤਰ੍ਹਾਂ ਸਾਡੇ ਧਿਆਨ ਨੂੰ ਦਿਸ਼ਾ ਦੇਵੇ। ਇੱਕਦਮ ਅਸੀਂ ਡਰ ਤੋਂ ਬਾਹਰ ਨਿਕਲਣਾ ਸ਼ੁਰੂ ਹੋ ਜਾਂਦੇ ਹਾਂ। ਹੁਣ ਸੈਕਸ ਬਾਰੇ ਸਾਡੇ ਵਿੱਚੋਂ ਬਹੁਤਿਆਂ ਨੂੰ ਇੱਥੇ ਪੂਰੀ ਤਰ੍ਹਾਂ ਠੀਕ ਹੋਣ ਦੀ ਲੋੜ ਸੀ, ਪਰ ਸਭ ਤੋਂ ਪਹਿਲਾਂ ਅਸੀਂ ਇਸ ਮੰਦੇ ਬਾਰੇ ਸਮਝਦਾਰ ਬਣਨ ਦੀ ਕੋਸ਼ਿਸ਼ ਕੀਤੀ। ਰਸਤੇ ਤੋਂ ਭਟਕ ਜਾਣਾ ਬਹੁਤ ਸੌਖਾ ਹੈ। ਇਸ ਮਸਲੇ ਵਿੱਚ ਅਸੀਂ ਇਨਸਾਨੀ ਮਤਾਂ ਵਿੱਚ ਹੱਦ ਦਾ ਫਰਕ ਵੇਖਿਆ, ਜੋ ਸ਼ਾਇਦ ਮੂਰਖਤਾ ਭਰੀਆਂ ਹੱਦਾਂ ਤੱਕ ਹੁੰਦਾ ਹੈ। ਕੁਝ ਲੋਕ ਇਸ ਰਾਏ 'ਤੇ ਜ਼ੋਰ ਦਿੰਦੇ ਹਨ ਕਿ ਸੈਕਸ ਸਾਡੇ ਘਟੀਆ ਸੁਭਾਅ ਦੀ ਹਵਸ ਹੈ, ਜਿਹੜੀ ਜੀਵਨ ਦੀ ਉਤਪਤੀ ਦਾ ਜ਼ਰੂਰੀ ਆਧਾਰ ਹੈ। ਕੁਝ ਅਜਿਹੇ ਵੀ ਹਨ ਜਿਹੜੇ ਜ਼ਿਆਦਾ ਤੋਂ ਜ਼ਿਆਦਾ ਸੈਕਸ ਚਾਹੁੰਦੇ ਹਨ, ਵਿਆਹ ਦੇ ਬੰਧਨ ਨੂੰ ਕੋਸਦੇ ਹਨ, ਜੋ ਸੋਚਦੇ ਹਨ ਕਿ ਮਾਨਵਤਾ ਦੀਆਂ ਜ਼ਿਆਦਾਤਰ ਮੁਸੀਬਤਾਂ ਦਾ ਕਾਰਨ ਕਾਮ ਵਾਸਨਾ ਹੀ ਹੈ। ਉਹ ਸੋਚਦੇ ਹਨ ਕਿ ਸਾਨੂੰ ਜ਼ਿਆਦਾ ਸੈਕਸ ਕਰਨਾ ਨਹੀਂ ਮਿਲਿਆ ਜਾਂ ਉਹ ਢੁਕਵਾਂ ਨਹੀਂ ਸੀ। ਉਹ ਹਰ ਪਾਸੇ ਇਸ ਦੀ ਮਹੱਤਤਾ ਵੇਖਦੇ ਹਨ। ਇੱਕ ਵਿਚਾਰਧਾਰਾ ਖਾਨੇ ਵਿੱਚ ਖੁਸ਼ਬੂ ਦੀ ਇਜਾਜ਼ਤ ਵੀ ਨਹੀਂ ਦਿੰਦੀ, ਜਦ ਕਿ ਦੂਜੀ ਸਾਨੂੰ ਸਿੱਧਾ ਤਿੱਖੇ ਖਾਨੇ 'ਤੇ ਹੀ ਰੱਖਣਾ ਚਾਹੇਗੀ। ਭਾਵ ਇਹ ਕਿ ਇੱਕ ਮਤ ਸੈਕਸ ਦੀ ਘੱਟ ਤੋਂ ਘੱਟ ਜ਼ਰੂਰਤ ਲਈ ਅਤੇ ਦੂਜਾ ਇਸ ਦੀ ਜ਼ਿਆਦਾ ਵਰਤੋਂ ਦੇ ਹੱਕ ਵਿੱਚ ਹੈ। ਪਰ ਅਸੀਂ ਇਸ ਵਾਦ ਵਿਵਾਦ ਤੋਂ ਦੂਰ ਹੀ ਰਹਿਣਾ ਚਾਹੁੰਦੇ ਹਾਂ। ਅਸੀਂ ਕਿਸੇ ਦੇ ਸੈਕਸ ਵਿਵਹਾਰ ਬਾਰੇ ਸਲਾਹ ਨਹੀਂ ਦੇਣਾ ਚਾਹੁੰਦੇ। ਸਾਨੂੰ ਸਾਰਿਆਂ ਨੂੰ ਹੀ ਸੈਕਸ ਦੀਆਂ ਸਮੱਸਿਆਵਾਂ ਹੁੰਦੀਆਂ ਹਨ। ਅਸੀਂ ਸ਼ਾਇਦ ਮਨੁੱਖ ਹੀ ਨਾ ਹੁੰਦੇ ਜੇ ਸਾਨੂੰ ਇਹ ਸਮੱਸਿਆਵਾਂ ਨਾ ਹੁੰਦੀਆਂ। ਅਸੀਂ ਇਹਨਾਂ ਬਾਰੇ ਕੀ ਕਰ ਸਕਦੇ ਹਾਂ? ਅਸੀਂ ਆਪਣੇ ਪਿਛਲੇ ਕੁਝ ਸਾਲਾਂ ਦੇ ਵਿਵਹਾਰ ਨੂੰ ਮੁੜ ਵੇਖਿਆ। ਅਸੀਂ ਕਿੱਥੇ ਸਵਾਰਥੀ, ਬੇਈਮਾਨ ਜਾਂ ਦੂਜਿਆਂ ਦੀਆਂ ਭਾਵਨਾਵਾਂ ਪ੍ਰਤੀ ਬੇਪਰਵਾਹ ਰਹੇ ਹਾਂ। ਅਸੀਂ ਕਿਸ ਨੂੰ ਦੁੱਖ ਦਿੱਤਾ? ਕੀ ਅਸੀਂ ਅਨੁਚਿਤ ਢੰਗ ਨਾਲ ਈਰਖਾ, ਸ਼ੰਕਾ ਜਾਂ ਕੜਵਾਹਟ ਜਗਾਈ? ਅਸੀਂ ਕਿੱਥੇ ਗਲਤ ਸੀ ਅਤੇ ਇਸ ਦੀ ਬਜਾਏ ਸਾਨੂੰ ਹੋਰ ਕੀ ਕਰਨਾ ਚਾਹੀਦਾ ਸੀ? ਅਸੀਂ ਇਹ ਸਭ ਕਾਗਜ਼ 'ਤੇ ਲਿਖਿਆ ਅਤੇ ਇਸ ਵੱਲ ਧਿਆਨ ਦਿੱਤਾ। ਇਸ ਢੰਗ ਨਾਲ ਅਸੀਂ ਭਵਿੱਖ ਦੇ ਸੈਕਸ ਜੀਵਨ ਲਈ ਇੱਕ ਸਿਆਣੇ ਅਤੇ ਸੁਲਝੇ ਹੋਏ ਆਦਰਸ਼ ਨੂੰ ਸ਼ਕਲ ਦੇਣ ਦੀ ਕੋਸ਼ਿਸ਼ ਕੀਤੀ। ਅਸੀਂ ਹਰ ਸੰਬੰਧ ਨੂੰ ਇਸ ਪਰਖ 'ਤੇ ਆਧਾਰਿਤ ਕੀਤਾ ਕਿ ਉਹ ਸਵਾਰਥੀ ਸੀ ਜਾਂ ਨਹੀਂ। ਅਸੀਂ ਰੱਬ ਨੂੰ ਸਾਡੇ ਆਦਰਸ਼ਾਂ ਨੂੰ ਢਾਲਣ ਲਈ ਅਤੇ ਉਹਨਾਂ 'ਤੇ ਪੂਰਾ ਉਤਰਨ ਲਈ ਮਦਦ ਵਾਸਤੇ ਬੇਨਤੀ ਕੀਤੀ। ਅਸੀਂ ਹਮੇਸ਼ਾ ਯਾਦ ਰੱਖਿਆ ਕਿ ਸਾਡੀਆਂ ਕਾਮ ਸ਼ਕਤੀਆਂ ਰੱਬ ਦੀ ਦੇਣ ਹਨ ਅਤੇ ਇਸ ਲਈ ਇਹਨਾਂ ਨੂੰ ਨਾ ਤਾਂ ਸਵਾਰਥੀ ਢੰਗ ਨਾਲ ਇਸਤੇਮਾਲ ਕਰਨਾ ਅਤੇ ਨਾ ਹੀ ਇਸ ਤੋਂ ਨਫ਼ਰਤ ਕਰਨੀ ਚੰਗੀ ਹੈ। ਸਾਡਾ ਆਦਰਸ਼ ਜੋ ਕੁਝ ਵੀ ਉਭਰੇ, ਸਾਨੂੰ ਹਰ ਹਾਲਤ ਵਿੱਚ ਉਸ ਵੱਲ ਅੱਗੇ ਵਧਣ ਲਈ ਇੱਛੁਕ ਹੋਣਾ ਹੀ ਚਾਹੀਦਾ ਹੈ। ਜਿੱਥੇ ਅਸੀਂ ਨੁਕਸਾਨ ਪਹੁੰਚਾਇਆ ਹੈ, ਸਾਨੂੰ ਭੁੱਲ ਸੁਧਾਰ ਕਰਨ ਲਈ ਇੱਛੁਕ ਹੋਣਾ ਚਾਹੀਦਾ ਹੈ, ਬੇਸ਼ਰਤੇ ਇੰਜ ਕਰਨ ਨਾਲ ਅਸੀਂ ਹੋਰ ਵੀ ਜ਼ਿਆਦਾ ਨੁਕਸਾਨ ਨਹੀਂ ਕਰਦੇ। ਇਸ ਦਾ ਮਤਲਬ ਇਹ ਹੈ ਕਿ ਅਸੀਂ ਸੈਕਸ ਨਾਲ ਦੂਜੀਆਂ ਸਮੱਸਿਆ ਵਾਂਗ ਹੀ ਸਲੂਕ ਕਰਦੇ ਹਾਂ। ਧਿਆਨ ਵਿੱਚ ਰਹਿੰਦਿਆਂ ਅਸੀਂ ਰੱਬ ਨੂੰ ਪੁੱਛਦੇ ਹਾਂ ਕਿ ਹਰ ਖਾਸ ਮਾਮਲੇ ਲਈ ਅਸੀਂ ਕੀ ਕਰੀਏ। ਸਹੀ ਜਵਾਬ ਜ਼ਰੂਰ ਮਿਲੇਗਾ ਜੇ ਅਸੀਂ ਚਾਹੀਏ। ਕੇਵਲ ਰੱਬ ਹੀ ਸਾਡੀ ਸੈਕਸ ਦੀ ਦਸ਼ਾ ਬਾਰੇ ਫੈਸਲਾ ਦੇ ਸਕਦਾ ਹੈ। ਲੋਕਾਂ ਨਾਲ ਮਸ਼ਵਰਾ ਕਰਨਾ ਆਮ ਤੌਰ 'ਤੇ ਠੀਕ ਹੈ, ਪਰ ਰੱਬ ਹੀ ਸਾਡਾ ਆਖਰੀ ਜੱਜ ਹੈ। ਅਸੀਂ ਮਹਿਸੂਸ ਕਰਦੇ ਹਾਂ ਕਿ ਕੁਝ ਲੋਕ ਸੈਕਸ ਬਾਰੇ ਓਨੇ ਹੀ ਕੱਟੜ ਹਨ ਜਿੰਨੇ ਕਿ ਹੋਰ ਗੈਰ ਜ਼ਿੰਮੇਵਾਰ। ਅਸੀਂ ਬੇਕਾਬੂ ਸੋਚ ਜਾਂ ਸਲਾਹਾਂ ਤੋਂ ਪਰਹੇਜ਼ ਕਰਦੇ ਹਾਂ। ਮੰਨ ਲਓ ਕਿ ਅਸੀਂ ਤੈਅ ਕੀਤੇ ਆਦਰਸ਼ ਤੱਕ ਨਹੀਂ ਪਹੁੰਚ ਪਾਉਂਦੇ ਅਤੇ ਲੜਖੜਾ ਜਾਂਦੇ ਹਾਂ। ਕੀ ਇਸ ਦਾ ਮਤਲਬ ਹੈ ਅਸੀਂ ਸ਼ਰਾਬ ਪੀ ਲਈਏ? ਕੁਝ ਲੋਕ ਸਾਨੂੰ ਇੰਜ ਹੀ ਦੱਸਦੇ ਹਨ, ਪਰ ਇਹ ਸਿਰਫ ਅੱਧਾ ਸੱਚ ਹੈ। ਇਹ ਸਾਡੇ ਅਤੇ ਸਾਡੇ ਇਰਾਦਿਆਂ 'ਤੇ ਨਿਰਭਰ ਕਰਦਾ ਹੈ। ਜੇਕਰ ਸਾਨੂੰ ਆਪਣੇ ਕੀਤੇ 'ਤੇ ਪਛਤਾਵਾ ਹੈ ਅਤੇ ਸਾਨੂੰ ਦਿਲੀ ਇੱਛਾ ਹੈ ਕਿ ਰੱਬ ਸਾਨੂੰ ਚੰਗਿਆਈਆਂ ਵੱਲ ਲੈ ਜਾਵੇ,
ਤਾਂ ਸਾਨੂੰ ਯਕੀਨ ਹੈ ਕਿ ਸਾਨੂੰ ਮਾਫ਼ ਕਰ ਦਿੱਤਾ ਜਾਵੇਗਾ ਅਤੇ ਅਸੀਂ ਸਬਕ ਵੀ ਸਿੱਖ ਲਿਆ ਹੋਵੇਗਾ। ਜੇਕਰ ਸਾਨੂੰ ਪਛਤਾਵਾ ਨਹੀਂ ਅਤੇ ਸਾਡਾ ਵਰਤਾਓ ਦੂਜਿਆਂ ਨੂੰ ਨੁਕਸਾਨ ਪਹੁੰਚਾਉਣਾ ਰਹਿੰਦਾ ਹੈ ਤਾਂ ਕਾਫੀ ਹੱਦ ਤੱਕ ਯਕੀਨ ਹੈ ਅਸੀਂ ਪੀ ਲਵਾਂਗੇ। ਅਸੀਂ ਅਨੁਮਾਨ ਹੀ ਨਹੀਂ ਲਗਾ ਰਹੇ, ਇਹ ਸਾਡੇ ਤਜਰਬਿਆਂ ਤੋਂ ਨਿਕਲੇ ਤੱਤ ਹਨ। ਸੈਕਸ ਬਾਰੇ ਸਾਰ। ਅਸੀਂ ਸਹੀ ਆਦਰਸ਼ ਲਈ ਹਰ ਸੰਦੇਹਪੂਰਨ ਹਾਲਾਤ ਵਿੱਚ ਮਾਰਗਦਰਸ਼ਕ ਲਈ, ਸਿਆਣਪ ਲਈ ਅਤੇ ਸਹੀ ਕੰਮ ਕਰਨ ਵਾਸਤੇ ਤਾਕਤ ਲਈ ਤਹਿ ਦਿਲੋਂ ਪ੍ਰਾਰਥਨਾ ਕਰਦੇ ਹਾਂ। ਜੇ ਕਾਮ ਵਾਸਨਾ ਬਹੁਤ ਪਰੇਸ਼ਾਨ ਕਰਦੀ ਹੋਵੇ ਤਾਂ ਦੂਜਿਆਂ ਦੀ ਮਦਦ ਕਰਨ ਵਿੱਚ ਹੋਰ ਜ਼ੋਰ ਨਾਲ ਲੱਗ ਜਾਂਦੇ ਹਾਂ। ਅਸੀਂ ਉਹਨਾਂ ਦੀਆਂ ਜ਼ਰੂਰਤਾਂ ਬਾਰੇ ਸੋਚਦੇ ਹਾਂ ਅਤੇ ਇਸ ਲਈ ਕੰਮ ਕਰਦੇ ਹਾਂ। ਇੰਜ ਕਰਨਾ ਸਾਨੂੰ ਸਾਡੇ ਆਪੇ ਵਿੱਚੋਂ ਕੱਢ ਲੈਂਦਾ ਹੈ। ਇਹ ਤੀਬਰ ਹੁੜਕ ਨੂੰ ਸ਼ਾਂਤ ਕਰਦਾ ਹੈ, ਜਦ ਕਿ ਇਸ ਅੱਗੇ ਗੋਡੇ ਟੇਕਣਾ ਬਹੁਤ ਦੁਖਦਾਈ ਹੋ ਸਕਦਾ ਹੈ। ਜੇਕਰ ਅਸੀਂ ਆਪਣੀ ਸੂਚੀ ਬਾਰੇ ਇਮਾਨਦਾਰ ਰਹੇ ਹਾਂ ਤਾਂ ਅਸੀਂ ਕਾਫੀ ਕੁਝ ਲਿਖ ਲਿਆ ਹੈ। ਅਸੀਂ ਆਪਣੀਆਂ ਰੰਜਿਸ਼ਾਂ ਦੀ ਸੂਚੀ ਬਣਾਈ ਅਤੇ ਉਹਨਾਂ ਦਾ ਵਿਸ਼ਲੇਸ਼ਣ ਕੀਤਾ। ਸਾਨੂੰ ਉਹਨਾਂ ਦੀ ਵਿਅਰਥਤਾ ਅਤੇ ਘਾਤਕਤਾ ਸਮਝ ਆਉਣੀ ਸ਼ੁਰੂ ਹੋ ਗਈ ਹੈ। ਸਾਨੂੰ ਉਹਨਾਂ ਦੀ ਭਿਆਨਕ ਤਬਾਹੀ ਕਰਨ ਦੀ ਸਮਰੱਥਾ ਨਜ਼ਰ ਆਉਣੀ ਸ਼ੁਰੂ ਹੋ ਗਈ ਹੈ। ਅਸੀਂ ਦੂਜਿਆਂ ਲਈ, ਇੱਥੋਂ ਤੱਕ ਕਿ ਆਪਣੇ ਦੁਸ਼ਮਣਾਂ ਲਈ ਵੀ ਸਹਿਨਸ਼ੀਲ ਹੋਣਾ, ਸੰਤੋਖੀ ਹੋਣਾ ਅਤੇ ਚੰਗੀ ਧਾਰਨਾ ਰੱਖਣਾ ਸਿੱਖਣਾ ਸ਼ੁਰੂ ਕੀਤਾ ਹੈ, ਕਿਉਂਕਿ ਅਸੀਂ ਉਹਨਾਂ ਨੂੰ ਬਿਮਾਰ ਵਿਅਕਤੀਆਂ ਵਾਂਗ ਸਮਝਦੇ ਹਾਂ। ਜਿਨ੍ਹਾਂ ਲੋਕਾਂ ਨੂੰ ਅਸੀਂ ਆਪਣੇ ਵਰਤਾਓ ਨਾਲ ਦੁੱਖ ਪਹੁੰਚਾਇਆ ਸੀ, ਅਸੀਂ ਉਹਨਾਂ ਦੀ ਸੂਚੀ ਤਿਆਰ ਕੀਤੀ ਹੈ ਅਤੇ ਜੇ ਹੋ ਸਕੇ ਤਾਂ ਆਪਣਾ ਬੀਤਿਆ ਸਮਾਂ ਸੁਧਾਰਨ ਲਈ ਇੱਛੁਕ ਹਾਂ। ਇਸ ਕਿਤਾਬ ਵਿੱਚ ਤੁਸੀਂ ਬਾਰ-ਬਾਰ ਪੜ੍ਹੋਗੇ ਕਿ ਵਿਸ਼ਵਾਸ ਨੇ ਸਾਡੇ ਲਈ ਉਹ ਕੀਤਾ ਹੈ ਜੋ ਅਸੀਂ ਆਪਣੇ ਲਈ ਆਪ ਨਹੀਂ ਕਰ ਸਕੇ। ਸਾਨੂੰ ਉਮੀਦ ਹੈ ਕਿ ਤੁਹਾਨੂੰ ਹੁਣ ਯਕੀਨ ਹੋ ਗਿਆ ਹੋਵੇਗਾ ਕਿ ਰੱਬ ਉਸ ਕਿਸੇ ਵੀ ਸਵੈ ਇੱਛਾ ਨੂੰ ਦੂਰ ਕਰ ਸਕਦਾ ਹੈ ਜਿਸ ਨੇ ਤੁਹਾਨੂੰ ਉਸ ਤੋਂ ਪਰੇ ਰੱਖਿਆ ਹੈ। ਜੇ ਤੁਸੀਂ ਪਹਿਲਾਂ ਹੀ ਫੈਸਲਾ ਕਰ ਲਿਆ ਹੈ ਅਤੇ ਆਪਣੀਆਂ ਸਾਰੀਆਂ ਖਾਮੀਆਂ ਦੀ ਸੂਚੀ ਤਿਆਰ ਕਰ ਲਈ ਹੈ ਤਾਂ ਤੁਸੀਂ ਇੱਕ ਚੰਗੀ ਸ਼ੁਰੂਆਤ ਕਰ ਚੁੱਕੇ ਹੋ। ਜੇ ਅਜਿਹਾ ਹੈ ਤਾਂ ਤੁਸੀਂ ਆਪਣੇ ਬਾਰੇ ਸੱਚਾਈ ਨੂੰ ਕਾਫੀ ਹੱਦ ਤੱਕ ਜਾਣ ਅਤੇ ਸਮਝ ਲਿਆ ਹੈ।